ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲਾਸਟ ਹਿਲ ਟਰੈਵਲ ਸੈਂਟਰ 14814 ਐਲੋਨ ਸਟਰੀਟ, ਲਾਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮ ਲਾਈਨਰ ਐਕਸਪ੍ਰੈਸ ਕੰਪਨੀ ਕੈਲਗਰੀ, ਅਲਬਰਟਾ, ਕੈਨੇਡਾ। ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 855600 2064 ਅਤੇ 8556 02071। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਨੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, the one stop shop। 5196220660 ਜਾਂ quicktrucklube.com। QTL, because we care। JB Truck Repair, Yuba City, Certified Cummins, Detroit Freightliner, Western Star, Volvo, Caterpillar ਅਤੇ Series 60 ਇੰਜਨਸ, ਇੰਟਰਨੈਸ਼ਨਲ ਅਤੇ ਆਟੋਮੈਟਿਕ ਟਰਾਂਸਮਿਸ਼ਨਸ। 5 ਸਾਲ ਦਾ ਫ੍ਰੇਟਲਾਈਨ ਡੀਲਰਸ਼ਿਪ ਦਾ ਐਕਸਪੀਰੀਅੰਸ। ਇਹ ਇੰਜਨ, ਟਰੱਕ, ਟ੍ਰੇਲਰ, AC, ਇਲੈਕਟ੍ਰੀਕਲ, DPF, DEF ਰਿਪੇਅਰ ਕਰਦੇ ਹਨ। ਟਰਾਂਸਮਿਸ਼ਨ, ਰੀਅਰ ਐਂਡ, ਬ੍ਰੇਕਸ, ਆਇਲ ਚੇਂਜ ਕਰ ਦਿੰਦੇ ਹਨ। ਸਰਟੀਫਾਈਡ 90 ਡੇ DOT ਇੰਸਪੈਕਸ਼ਨ ਅਤੇ ਸਰਟੀਫਾਈਡ ਐਨੂਅਲ ਫੈਡਰਲ DOT ਇੰਸਪੈਕਸ਼ਨ ਕਰਦੇ ਹਨ। 100 ਮਾਈਲ ਦੇ ਰੇਡੀਅਸ ਵਿੱਚ ਰੋਡ ਅਸਿਸਟੈਂਸ 24/7। ਨਵੇਂ ਕਸਟਮਰਸ ਲਈ 10% ਡਿਸਕਾਊਂਟ। ਹਫਤੇ ਦੇ 7 ਦਿਨ ਸਵੇਰੇ 7 ਤੋਂ ਸ਼ਾਮੀ 7 ਵਜੇ ਤੱਕ ਖੁੱਲੇ ਰਹਿੰਦੇ ਹਨ। ਹੋਰ ਜਾਣਕਾਰੀ ਲਈ ਕਾਲ ਜਗਰੂਪ ਬੋਇਲ 916 696 0634 ਜਾਂ ਜਗਰਾਜ ਬਲ 530 339 15। ਐਡਰੈਸ 3894 ਰੇਲ ਰੋਡ ਐਵੇਨਿਊ, ਯੂਬਾ ਸਿਟੀ। ਇੱਥੇ ਹੁਣ ਟਰੱਕਾਂ ਦੇ ਯੂਜ਼ਡ ਤੇ ਬ੍ਰਾਂਡ ਨਿਊ ਟਾਇਰ ਵੀ ਮਿਲਦੇ ਹਨ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਸਵਾਗਤ ਹੈ। ਢਿੱਲੋਂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਢਿੱਲੋਂ ਸਾਹਿਬ, ਸਭ ਤੋਂ ਪਹਿਲਾਂ ਗੱਲ ਕਰੀਏ, ਪਹਿਲਾਂ ਤਾਂ ਵਿਦੇਸ਼ੀ ਲਾੜਿਆਂ ਦੇ ਹੱਥੋਂ ਸਾਡੀਆਂ ਪੰਜਾਬ ਦੀਆਂ ਕੁੜੀਆਂ ਦੁਖੀ ਸਨ। ਆਉਂਦੇ ਸੀ, ਪਤਾ ਨਹੀਂ ਉਦੋਂ ਸਮਾਂ ਹੀ ਕੁਛ ਇਹੋ ਜਿਹਾ ਸੀਗਾ, ਉਹ ਆਪ ਹੀ ਉੱਧਰ ਕੱਚੇ ਪੱਕੇ ਸੀ ਜਾਂ ਉਹੋ ਜਿਹੇ ਹਾਲਾਤ ਸੀ। ਕਹਿਣ ਤੋਂ ਭਾਵ ਵੀ ਕਈਆਂ ਦੇ ਤਾਂ ਜਵਾਕ ਵੀ ਵਿਆਹੇ ਗਏ, ਪਤਨੀਆਂ ਦਾ ਮੇਲ, ਪਤੀ ਪਤਨੀ ਦਾ ਮੇਲ ਨਾ ਹੋ ਸਕਿਆ, ਭਾਵੇਂ ਉਹ ਮਜਬੂਰੀ ਸੀ ਜਾਂ ਜਾਣ ਕੇ ਸੀ। ਹੁਣ ਸਥਿਤੀ ਪੁੱਠੀ ਪੈ ਗਈ ਹੈ। ਹੁਣ ਜਿਹੜੇ ਵਿਦੇਸ਼ੀ ਪਤਨੀਆਂ ਨੇ, ਉਹਨਾਂ ਦੇ ਸਤਾਏ ਜਿਹੜੇ ਪਤੀ ਨੇ, ਕੰਗਾਲ ਕੀਤੇ ਪਤੀ ਨੇ, ਉਹ ਦੁਹਾਈਆਂ ਪਾਉਂਦੇ ਫਿਰਦੇ ਆ ਪੰਜਾਬ ਦੀਆਂ ਸੜਕਾਂ 'ਤੇ। ਦਾਨੇਵਾਲੀਆ ਸਾਹਿਬ, ਜਿਹੜੀ ਇਹ ਸ਼ਾਦੀਆਂ ਦਾ ਚੱਕਰ ਹੈ, ਇਹਨੂੰ ਵੈਸੇ ਆਪਾਂ ਨੂੰ 3 ਹਿੱਸਿਆਂ 'ਚ ਵੰਡਣਾ ਪੈਣਾ ਜੀ। ਇਹ ਛੋਟੀ ਮੋਟੀ ਗੱਲ ਨਹੀਂ ਹੈ। ਪਹਿਲਾ ਸਮਾਂ ਉਹ ਹੁੰਦਾ ਸੀ ਜਦੋਂ ਕੁੜੀਆਂ ਨੂੰ ਜੰਮਦੀਆਂ ਨੂੰ ਮਾਰ ਦਿੱਤਾ ਜਾਂਦਾ ਸੀ। ਕੁੜੀਆਂ ਦੀ ਗਿਣਤੀ ਕਿਤੇ ਘੱਟ ਹੁੰਦੀ ਸੀ ਤੇ ਮੁੰਡਿਆਂ ਦੀ ਵੱਧ ਹੁੰਦੀ ਸੀ ਜੀ। ਹਾਲਾਤ ਇਹ ਹੁੰਦੀ ਸੀ ਕਿ ਇੱਕ ਘਰ ਦੇ ਵਿੱਚ 4-4 ਮੁੰਡੇ ਹੁੰਦੇ ਸੀ ਤੇ 4 ਦੇ ਵਿੱਚੋਂ ਇੱਕ ਦੀ ਹੀ ਸ਼ਾਦੀ ਹੁੰਦੀ ਸੀ ਜੀ, ਇੱਕ ਦਾ ਵਿਆਹ ਹੁੰਦਾ ਸੀ। ਸੁਣਦੇ ਹੁੰਦੇ ਆ ਹੁਣ, ਕਿਉਂਕਿ 65 ਸਾਲ ਦੀ ਉਮਰ ਤਾਂ ਮੇਰੀ ਹੋ ਗਈ ਜੀ। ਜਿਹੜੀਆਂ ਦਾਦੀਆਂ ਨਾਨੀਆਂ ਤੋਂ ਸੁਣਦੇ ਹੁੰਦੇ ਸੀ ਕਿ ਫਲਾਨਿਆਂ ਨੇ ਆਪਣੇ ਮੁੰਡੇ ਦਾ ਵਿਆਹ ਕੀਤਾ ਸੀ
ਤੇ ਉਖਲੀ ਭਰ ਕੇ ਰੁਪਈਆਂ ਦੀ ਦਿੱਤੀ ਸੀ ਜੀ। ਹੁਣ ਵਾਲੀ ਪੀੜ੍ਹੀ ਨੂੰ ਤਾਂ ਪਹਿਲਾਂ ਉਖਲੀ ਦਾ ਉਖਲੀ ਦਾ ਨਹੀਂ ਪਤਾ ਵੀ ਉਖਲੀ ਕੀ ਹੈ। ਉਖਲੀ ਹੁੰਦੀ ਸੀ 10 ਕਿਲੋ ਵਿੱਚ ਛੋਲੇ ਪੈ ਜਾਂਦੇ ਸੀ ਛੋਲੇ ਕੁੱਟਣ ਪੈ ਜਾਂਦੇ ਨੂੰ, ਸੀ, ਜਿਹੜੀ ਉਹਨੂੰ ਕੁੱਟਦੇ ਹੁੰਦੇ ਸੀ ਤੇ ਉਹਦੇ ਛੋਲਿਆਂ ਨੂੰ ਕੁੱਟ-ਕੁੱਟ ਕੇ ਉਹਦੀਆਂ ਬੱਕਲੀਆਂ ਬਣਾ ਕੇ ਤੇ ਤੂੜੀ 'ਚ ਰਲਾ ਕੇ ਪਸ਼ੂਆਂ ਨੂੰ ਪਾਉਂਦੇ ਸੀ। ਛੋਲਿਆਂ ਦੀਆਂ ਬਣਾਉਂਦੇ ਹੁੰਦੇ ਸੀ। ਉਹ ਕਹਿੰਦੇ ਵੀ ਰੁਪਈਆਂ ਦੀ ਭਰਤੀ ਤੇ ਜੇ ਰੁਪਈਆਂ ਦੀ ਗੱਲ ਕਰੀਏ ਆਪਾਂ, ਰੁਪਈਏ ਕਾਗਜ਼ਾਂ ਦੇ ਨਹੀਂ ਹੁੰਦੇ ਸੀ, ਉਦੋਂ ਰੁਪਈਏ ਹੁੰਦੇ ਸੀ ਚਾਂਦੀ ਦੇ। ਹੁਣ 10 ਕਿਲੋ ਚਾਂਦੀ ਦਿੱਤੀ, ਚਾਂਦੀ 10 ਕਿਲੋ ਦਿੱਤੀ ਜਾਂਦੀ ਵੀ ਮੁੰਡੇ ਨੂੰ ਭਾਈ ਆ ਲੋ, ਕੁੜੀ ਵਾਲਿਆਂ ਨੂੰ 10 ਕਿਲੋ ਚਾਂਦੀ ਦੇਤੀ ਤੇ ਮੁੰਡੇ ਦਾ ਵਿਆਹ ਕਰ ਦਿੱਤੇ। ਇਸ ਤਰ੍ਹਾਂ ਹੁੰਦੇ ਸੀ। ਉਦੋਂ ਕੁੜੀਆਂ ਦੀ ਬੜੀ ਚਾਂਦੀ ਹੁੰਦੀ ਸੀ ਜੀ। ਕੁੜੀਆਂ ਨੂੰ ਚਾਂਦੀ ਵੀ ਮਿਲਦੀ, ਮਾਪਿਆਂ ਨੂੰ ਤੇ ਚਾਂਦੀ ਵੀ ਹੁੰਦੀ। ਤੇ ਇਹ ਇੱਕ ਬੜਾ ਲੰਬਾ ਸਮਾਂ ਇਹ ਸਫ਼ਰ ਚੱਲਦਾ ਰਿਹਾ। ਫਿਰ ਹੌਲੀ ਹੌਲੀ ਲੋਕਾਂ ਦੇ ਵਿੱਚ ਚੇਤਨਤਾ ਪੈਦਾ ਹੋਈ ਜੀ। ਮੂਵਮੈਂਟਾਂ ਚੱਲੀਆਂ, ਸਮਾਜ ਸੁਧਾਰਕ ਲਹਿਰਾਂ ਚੱਲੀਆਂ ਕਿ ਕੁੜੀ ਤੇ ਮੁੰਡੇ ਦੇ ਵਿੱਚ ਕੋਈ ਫਰਕ ਨਹੀਂ ਹੁੰਦਾ ਜੀ। ਉਦੋਂ ਫਿਰ ਵਿੰਗੇ ਟੇਢੇ ਢੰਗਾਂ ਦੇ ਨਾਲ ਮੁੰਡੇ ਬਾਹਰ ਵਿਦੇਸ਼ਾਂ 'ਚ ਜਾਣ ਲੱਗ ਗਏ। ਵਿਦੇਸ਼ਾਂ 'ਚ ਜਾ ਕੇ ਫਿਰ ਕੁੜੀਆਂ ਦਾ ਵਿਆਹ ਕਰਨ ਦੀ ਪ੍ਰੋਬਲਮ ਆ ਗਈ। ਦੂਜੀ ਸਟੇਜ ਆ ਗਈ। ਪਹਿਲੀ ਸਟੇਜ ਹੈ ਕਿ ਕੁੜੀਆਂ ਦੇ ਨਾਲ ਮੁੰਡਿਆਂ ਦਾ ਵਿਆਹ ਕਰਨ ਵਾਸਤੇ ਮੁੰਡੇ ਵਾਲੇ ਉਖਲੀਆਂ ਭਰ ਦਿੰਦੇ ਸੀ। ਹੁਣ ਉਲਟਾ ਕੰਮ, ਕੁੜੀਆਂ ਵਾਲਿਆਂ ਦੇ ਜਿਹੜੇ ਮਾਪੇ ਸੀ, ਕੁੜੀਆਂ ਦੇ ਮਾਪਿਆਂ ਨੂੰ ਆਪਣੀਆਂ ਜ਼ਮੀਨਾਂ ਜਾਇਦਾਦਾਂ ਵੇਚਣੀਆਂ ਪੈਂਦਾ ਕਿ ਕੁੜੀ ਵਾਸਤੇ ਚੰਗਾ ਬਰ ਮਿਲ ਜੇ। ਜਾਂ ਤਾਂ ਨੌਕਰੀਆਂ ਵਾਲੇ ਭਾਲਦੇ, ਨੌਕਰੀ ਦੇ ਨਾਲ ਜ਼ਮੀਨ ਵੀ ਹੋਵੇ, ਤੇ ਜਾਂ ਫਿਰ ਕਰੇਜ਼ ਹੁੰਦੀ ਕਿ ਮੁੰਡਾ ਵਿਦੇਸ਼ ਦੇ ਵਿੱਚ ਹੋਵੇ ਜੀ। ਵਿਦੇਸ਼ਾਂ ਦੇ ਵਿੱਚ ਫਿਰ ਮਤਲਬ ਬਹੁਤ ਸਾਰੀਆਂ ਕੁੜੀਆਂ ਵਿਆਹੀਆਂ ਜਾਂਦੀਆਂ ਸੀ, ਕੁੜੀਆਂ ਦੇ ਬੱਚੇ ਵੀ ਹੋ ਜਾਂਦੇ, ਲੇਕਿਨ ਉਹ ਇੱਥੇ ਹੀ ਉਹਨਾਂ ਨੂੰ ਆਪਣੇ ਇੱਕ ਸਮਝ ਲਓ ਇਸਤੇਮਾਲ ਦਾ ਸਾਧਨ ਬਣਾ ਕੇ ਵਰਤਦੇ ਹਾਂਜੀ। ਔਰ ਉਹਨਾਂ ਨੂੰ ਨਾਲ ਨਹੀਂ ਲੈ ਕੇ ਜਾਂਦੇ ਸੀ। ਇਹਦੇ ਤੇ ਵੀ ਬੜਾ ਲੰਬਾ ਸਮਾਂ ਸਿਆਸਤ ਹੁੰਦੀ ਰਹੀ ਤੇ ਇੱਥੇ ਪੋਲੀਟੀਕਲ ਪਾਰਟੀਆਂ ਵੀ ਬਣੀਆਂ। ਨਹੀਂ, ਪੋਲੀਟੀਕਲ ਪਾਰਟੀਆਂ 'ਚ ਕੰਮ ਵੀ ਕੀਤਾ ਹੈ। ਜੇ ਹੁਣ ਆਪਾਂ ਦੇਖੀਏ ਕਿ ਕਈ ਵਾਰੀ ਹੁਣ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਖਾੜੀ ਦੇ ਦੇਸ਼, ਕਿਸੇ ਦੇਸ਼ ਦੇ ਵਿੱਚ ਜੀ ਕੁਝ ਕੁੜੀਆਂ ਨੂੰ ਜਿਹੜੇ ਕੰਮ ਵਾਸਤੇ ਲੈ ਕੇ ਗਏ ਸੀ, ਏਜੰਟਾਂ ਨੇ ਉਹਨਾਂ ਨੂੰ ਉੱਥੇ ਬੰਦੀ ਬਣਾ ਲਿਆ, ਉਹਨਾਂ ਦੇ ਪਾਸਪੋਰਟ ਵਗੈਰਾ ਵੀ ਲੈ ਲਏ ਤੇ ਉਹਨਾਂ ਕੁੜੀਆਂ ਨੇ ਇੱਕ ਉੱਥੋਂ ਵੀਡੀਓ ਬਣਾ ਕੇ ਭੇਜੀ ਸੀ ਭਗਵੰਤ ਮਾਨ ਨੂੰ। ਅੱਛਾ ਜੀ। ਤੇ ਭਗਵੰਤ ਮਾਨ ਨੇ ਉਹ ਵੀਡੀਓ ਵਾਇਰਲ ਵੀ ਕੀਤੀ ਸੀ। ਬਾਅਦ ਦੇ ਵਿੱਚ ਉਹਨੇ ਵਿਦੇਸ਼ ਮਿਨਿਸਟਰੀ ਦੇ ਨਾਲ ਗੱਲ ਕੀਤੀ ਤੇ ਉਹਨਾਂ ਕੁੜੀਆਂ ਨੂੰ ਫਿਰ ਉੱਥੋਂ ਜਿਹੜਾ ਹੈਗਾ ਕਾਬੂ ਵੀ ਕਰਵਾਇਆ। ਜੀ। ਪਾਸਪੋਰਟ ਵਗੈਰਾ ਮੰਗਵਾ ਕੇ ਉਹਨਾਂ ਨੂੰ ਦਵਾ ਕੇ ਉੱਥੋਂ ਆਰਜੀ ਪਾਸਪੋਰਟ ਤੇ ਵਾਪਸ ਵੀ ਬੁਲਾਇਆ ਸੀ। ਉਹ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਹੈ ਬਹੁਤ ਵੱਡੇ ਪੱਧਰ ਦੇ ਉੱਤੇ ਜੀ ਬਲਵੰਤ ਸਿੰਘ ਰਾਮੂਵਾਲੀਆ ਨੇ ਕੰਮ ਕੀਤਾ ਸੀ ਕਿ ਜਿਹੜੀਆਂ ਵਿਦੇਸ਼ਾਂ ਦੇ ਵਿੱਚ ਕੁੜੀਆਂ ਵਿਆਹੀਆਂ ਹੋਈਆਂ, ਵਿਦੇਸ਼ੀ ਪਤੀਆਂ ਵੱਲੋਂ ਕੁੜੀਆਂ ਨੂੰ ਸਤਾਇਆ ਜਾਂਦਾ ਹੈ। ਜੀ। ਉਹਨਾਂ ਨੂੰ ਟੌਰਚਰ ਕੀਤਾ ਜਾਂਦਾ ਤੇ ਉਦੋਂ ਵੱਡੀਆਂ ਮੀਟਿੰਗਾਂ ਹੁੰਦੀਆਂ, ਇਕੱਠ ਹੁੰਦੇ ਕਿ ਫਲਾਣੇ ਪਾਸੇ ਭਾਈ ਜਿਹੜੇ ਹੈ ਵਿਦੇਸ਼ਾਂ 'ਚ ਵਿਆਹੀਆਂ ਕੁੜੀਆਂ ਇਕੱਠੀਆਂ ਹੋ ਜਾਣ, ਕੁਛ ਬੱਚੇ ਚੱਕੇ ਹੁੰਦੇ ਜੀ। ਵਿਚਾਰੀਆਂ ਦੇ ਕਿਸੇ ਕੋਲ 10 ਸਾਲ ਦਾ ਬੱਚਾ ਹੁੰਦਾ, ਕਿਸੇ ਕੋਲ 5 ਸਾਲ ਦਾ ਬੱਚਾ ਹੁੰਦਾ, ਰੋਂਦੀਆਂ ਪਿੱਟਦੀਆਂ ਹੁੰਦੀਆਂ। ਪਰਚੇ ਪੁਰਚੇ ਵੀ ਹੋਏ, ਬੰਦੇ ਡਿਪੋਰਟ ਵੀ ਕਰਵਾਏ। ਥੋੜਾ ਜਿਹਾ ਫਿਰ ਸਿਲਸਿਲਾ ਬਣਿਆ। ਅਖੀਰ ਕਰਦਿਆਂ ਪੰਜਾਬ ਦੀ ਬਦਕਿਸਮਤੀ ਲਾ ਲਓ ਜੀ। ਮੈਂ ਕਹੂੰਗਾ ਕਿ ਕੁੜੀਆਂ ਦੀ ਖੁਸ਼ਕਿਸਮਤੀ ਕਿ ਪੜ੍ਹਾਈ ਦੇ ਮਾਮਲੇ 'ਚ ਕੁੜੀਆਂ ਮੁੰਡਿਆਂ ਨੂੰ ਛੱਡ ਗਈਆਂ। ਕੁੜੀਆਂ ਪੜ੍ਹਾਈ ਲਿਖਾਈ ਦੇ ਵਿੱਚ ਕਿਤੇ ਅਗਾਂਹ ਗਈਆਂ ਤੇ ਮੁੰਡੇ ਜਿਹੜੇ ਦੂਜੇ ਪਾਸੇ ਨੂੰ ਚਲੇ ਗਏ। ਜਾਂ ਤਾਂ ਮੁੰਡੇ ਗੈਂਗਸਟਰਾਂ ਵਾਲੀ ਲਾਈਨ ਦੇ ਵਿੱਚ ਪੈ ਗਏ ਜਾਂ ਨਸ਼ਿਆਂ ਵਾਲੇ ਮਾਮਲੇ 'ਚ ਪੈ ਗਏ। ਮਾਪਿਆਂ ਦੇ ਪੈਸੇ ਜਿਹੜੇ ਹੈਗੇ ਆ ਉਹ ਪੈਸਿਆਂ ਦੇ ਉੱਤੇ ਐਸ਼ ਕਰਨ ਲੱਗ ਗਏ। ਕੁੜੀਆਂ ਪੜ੍ਹਾਈ ਵਾਲੇ ਪਾਸੇ ਪੈ ਗਈਆਂ ਤੇ ਹੁਣ ਤੁਸੀਂ ਇਹ ਦੇਖੋ ਕਿ ਕੁੜੀਆਂ ਦੇ ਨੰਬਰ ਕਿਤੇ ਵੱਧ ਆਉਂਦੇ ਆ। ਕੁੜੀਆਂ ਨੇ ਆਈਲੈਟਸ ਕੀਤੀ ਤੇ ਆਈਲੈਟਸ ਕਰਕੇ ਵਿਦੇਸ਼ਾਂ ਨੂੰ ਜਾਣਾ ਜੀ। ਉਹਦੇ ਵਿੱਚ ਕੁੜੀਆਂ ਚਾਹੇ ਚੰਗੇ ਘਰਾਂ ਦੀਆਂ ਕੁੜੀਆਂ ਤਾਂ ਅਗਲਾ 4 ਪੈਸੇ ਲਾ ਕੇ ਆਪਦੀ ਧੀ ਨੂੰ ਉੱਥੇ ਭੇਜ ਦਿੰਦਾ। ਕੁੜੀ ਆਪਣੇ ਹਾਨ ਪ੍ਰਵਾਨ ਦਾ ਵਰ ਭਾਲ ਲੈਂਦੀ ਜਾਂ ਮਾਪਿਓ ਦੇ ਵਾਸਤੇ ਵਰ ਭਾਲਦੇ ਤੇ ਉਹ ਵਿਆਹ ਉਹਨਾਂ ਦੇ ਹੋ ਜਾਂਦੇ। ਕੁਛ ਗਰੀਬ ਘਰਾਂ ਦੀਆਂ ਕੁੜੀਆਂ, ਗਰੀਬ ਘਰਾਂ ਤੋਂ ਭਾਵ ਕੋਈ ਜਾਤੀ ਵਿਸ਼ੇਸ਼ ਨਹੀਂ, ਮੈਂ ਕਹੂੰਗਾ ਆਰਥਿਕ ਤੌਰ ਤੇ ਜਿਹੜੇ ਟੁੱਟੇ ਹੋਏ ਹੈ, ਉਹ ਜੱਟ ਜ਼ਿਮੀਂਦਾਰ ਵੀ ਹੋ ਸਕਦੇ ਆ, ਸਾਰੇ ਹੀ ਆ ਜੀ, ਉਹ ਪੰਡਤ ਵੀ ਹੋ ਸਕਦੇ ਆ, ਉਹ ਸੇਠ ਵੀ ਹੋ ਸਕਦੇ ਆ, ਕੋਈ ਵੀ ਹੋ ਜਾਂਦਾ। ਕਹਿੰਦੇ ਕੁੜੀ ਨੇ ਆਈਲੈਟਸ ਤਾਂ ਕਰ ਲਈ, ਐਡਮਿਸ਼ਨ ਇਹਨੂੰ ਬਾਹਰ ਮਿਲ ਜੂਗੀ, ਲੇਕਿਨ ਇਹਦੀ ਫੀਸ ਕੌਣ ਭਰੂਗਾ ਜੀ? ਇਹਦੇ ਵਾਸਤੇ ਇਹਦਾ ਜਿਹੜਾ ਕਿਰਾਇਆ ਭਾੜਾ ਉਹ ਕੌਣ ਦੇਊਗਾ? ਜਿਹੜਾ ਉੱਥੇ ਦਾ ਖਰਚਾ ਉਹ ਕੌਣ ਭਰੂਗਾ? ਉਹਦੇ ਵਾਸਤੇ 20 ਤੋਂ ਲੈ ਕੇ 30-35 ਲੱਖ ਰੁਪਈਏ ਦਾ ਖਰਚਾ ਹੋ ਜਾਂਦਾ ਜੀ। ਮਾਪਿਆਂ ਕੋਲੇ 30-35 ਲੱਖ ਰੁਪਏ ਦਾ ਖਰਚਾ ਨਹੀਂ ਤੇ ਫਿਰ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਨਿਕਲਣੇ ਸ਼ੁਰੂ ਹੋ ਗਏ ਕਿ ਕੁੜੀ ਵਾਸਤੇ ਚੰਗਾ ਵਰ ਚਾਹੀਦਾ, ਕੁੜੀ ਜਿਹੜੀ ਹੈਗੀ ਹੈ ਆਈਲੈਟਸ ਕੀਤੀ ਹੋਈ ਹੈ ਜੀ। ਤੇ ਸਵੇਰੇ ਉੱਠ ਕੇ ਜਿਹੜੇ ਹੈਗੇ ਆਪਣੇ ਕਹਿੰਦੇ ਖਾਂਦੇ ਪੀਂਦੇ ਘਰਾਂ ਦੇ ਲੋਕ ਹੈ ਜਿਹੜੇ ਉਹ ਅਖਬਾਰ ਭਾਲਦੇ ਹੁੰਦੇ। ਖਾਸ ਕਰਕੇ ਜੇ ਆਪਾਂ ਦੇਖੀਏ ਤਾਂ ਕੁਝ ਪੰਜਾਬੀ ਦੇ ਅਖਬਾਰਾਂ ਦੇ ਵਿੱਚ ਇਹ ਕਾਲਮ ਹੀ ਸ਼ੁਰੂ ਹੋ ਗਈ ਸੀ ਜੀ ਜੀ ਕਿ ਕੁੜੀ ਨੇ ਆਈਲੈਟਸ ਕੀਤੀ, ਆਈਲੈਟਸ ਵਾਲੀ ਕੁੜੀ, ਆ ਫਲਾਨਾ ਜਾਤ, ਫਲਾਨੀ ਗੋਤ, ਫਲਾਨਾ ਧਰਮ, ਮਜ਼ਹਬ, ਸਾਰਾ ਕੁਛ ਲਿਖਿਆ ਹੁੰਦਾ। ਉਹਦੇ ਨਾਲ ਚੱਲ ਪਿਆ ਤੇ ਹੁਣ ਇੱਕ ਇਨਸੀਡੈਂਟ ਵਾਪਰੀ ਹੈ ਜੀ। ਇਨਸੀਡੈਂਟ ਵਾਪਰੀ ਹੈ ਤੁਹਾਡੇ ਬਰਨਾਲੇ ਦੇ ਧਨੌਲੇ ਕੋਲ ਇੱਕ ਪਿੰਡ ਹੈ, ਕੋਠੇ ਹੈ, ਮੇਰਾ ਖਿਆਲ ਹੈ ਗੋਬਿੰਦਪੁਰਾ ਕੋਠੇ ਹੈ। ਉੱਥੋਂ ਦਾ ਇੱਕ ਮੁੰਡਾ ਸੀ ਜਿਹਦਾ ਨਾਂ ਸੀ ਲਵਪ੍ਰੀਤ ਜੀ। ਲਵਪ੍ਰੀਤ ਦੀ ਸ਼ਾਦੀ ਕੁੜੀ ਨਾਲ ਹੋਈ। ਉਹ ਕੁੜੀ ਕੈਨੇਡਾ ਚਲੀ ਗਈ ਜੀ। ਕੈਨੇਡਾ ਜਾ ਕੇ ਉਸ ਕੁੜੀ ਨੇ ਕੁਛ ਦਿਨ ਤੱਕ ਤਾਲਮੇਲ ਰੱਖਿਆ ਤੇ ਫਿਰ ਉਹਨੇ ਤਾਲਮੇਲ ਤੋੜਤਾ। ਕੋਵਿਡ-19 ਦਾ ਦੌਰ ਆ ਗਿਆ ਜੀ।
ਔਰ ਉਹ ਮੁੰਡਾ ਬਾਰ-ਬਾਰ ਕਹਿ ਰਿਹਾ ਸੀ ਕਿ ਤੂੰ ਟੈਲੀਫੋਨ ਤੇ ਗੱਲ ਕਰ, ਮੇਰੇ ਮਾਪਿਆਂ ਨਾਲ ਗੱਲ ਕਰ, ਪਰ ਉਹਨੇ ਕਨੈਕਸ਼ਨ ਹੀ ਤੋੜ ਲਿਆ। ਮੁੰਡੇ ਨੂੰ ਇਹ ਹੋ ਗਿਆ ਕਿ ਮੇਰੇ ਮਾਪੇ ਸਮਾਜ ਦੇ ਵਿੱਚ ਮੂੰਹ ਕਿਵੇਂ ਦਿਖਾਉਣਗੇ। ਇਹ ਤਾਂ ਗੱਲ ਆਊਗੀ ਕਿ ਮੁੰਡਾ ਵਿਆਹਿਆ ਗਿਆ, ਪਰ ਵਹੁਟੀ ਕਿੱਥੇ ਹੈ ਜੀ? ਮੁੰਡਾ ਇੱਥੇ ਕਿਉਂ ਫਿਰਦਾ ਜੀ? ਵਹੁਟੀ ਕੈਨੇਡਾ ਵਾਲੀ ਸੀ ਤੇ ਕੈਨੇਡਾ ਕਿਉਂ ਨਹੀਂ ਗਈ? ਅਖੀਰ ਉਸ ਮੁੰਡੇ ਨੇ ਖੁਦਕੁਸ਼ੀ ਕਰ ਲਈ ਜੀ, ਤੇ ਖੁਦਕੁਸ਼ੀ ਕਰਨ ਤੋਂ ਬਾਅਦ ਫਿਰ ਇਹ ਮਾਮਲਾ ਭੜਕ ਪਿਆ। ਦੇਸ਼ ਵਿਦੇਸ਼ ਦੇ ਰੇਡੀਓ ਟੈਲੀਵਿਜ਼ਨਾਂ ਨੇ ਇਹਦੇ ਉੱਤੇ ਵਿਸ਼ੇਸ਼ ਡਿਬੇਟਾਂ ਕੀਤੀਆਂ ਕਿ ਕੁੜੀ ਨੂੰ ਡਿਪੋਰਟ ਕੀਤਾ ਜਾਵੇ, ਉਹਨੇ ਧੱਕਾ ਕੀਤਾ ਹੈ। ਤੇ ਫਿਰ ਦਾਨੇਲੀਆ ਸਾਹਿਬ ਜਦੋਂ ਨਿਕਲੇ, ਫਲਾਣੇ ਥਾਂ ਵੀ ਧੱਕਾ ਹੋ ਗਿਆ, ਤਿਮਕੇ ਥਾਂ ਵੀ ਹੋਇਆ, ਵੀ ਆਹ ਵੀ ਹੋਇਆ ਜੀ। ਕੁੜੀਆਂ ਵਿਆਹ ਕਰਵਾਉਂਦੀਆਂ, ਬਾਹਰ ਚਲੀਆਂ ਜਾਂਦੀਆਂ, ਬਾਹਰ ਜਾਣ ਤੋਂ ਬਾਅਦ ਉਹ ਕਨੈਕਸ਼ਨ ਕੱਟ ਦਿੰਦੀਆਂ, ਨੰਬਰ ਚੇਂਜ ਕਰ ਲੈਂਦੀਆਂ, ਕੋਈ ਕਨੈਕਸ਼ਨ ਨਹੀਂ, ਲੈਣ ਨਹੀਂ, ਦੇਣ ਨਹੀਂ। ਤੇ ਜਿਹੜੇ ਬੰਦੇ 20-30 ਲੱਖ ਰੁਪਈਆ ਲਾਉਂਦੇ ਉਹ ਜ਼ੀਰੋ ਹੋ ਜਾਂਦੇ। ਇਹ ਇਨਸੀਡੈਂਟ ਜਦੋਂ ਵਾਪਰੀ ਤੁਹਾਡੀ ਧਨੌਲੇ ਵਾਲੀ, ਫਿਰ ਮਨੀਸ਼ਾ ਗੁਲਾਟੀ ਹੈ ਪੰਜਾਬ ਵੂਮਨ ਕਮਿਸ਼ਨ ਦੀ ਚੇਅਰਮੈਨ, ਉਹਨੂੰ ਵੀ ਕੁਛ ਲੋਕਾਂ ਨੇ ਅਪਰੋਚ ਕੀਤਾ, ਮੀਡੀਆ ਵਾਲਿਆਂ ਨੇ ਵੀ ਜਾ ਕੇ ਗੱਲ ਕੀਤੀ ਵੀ ਤੁਸੀਂ ਔਰਤਾਂ ਦੇ ਹੱਕਾਂ ਹਿੱਤਾਂ ਦੀ ਤਾਂ ਗੱਲ ਕਰਦੇ ਹੋ, ਇੱਥੇ ਔਰਤਾਂ ਧੱਕਾ ਕਰਦੀਆਂ, ਉਹਦੇ ਬਾਰੇ ਤੁਸੀਂ ਉਹਦੇ ਬਾਰੇ ਕੀ ਕਹਿੰਦੇ? ਮੈਂ ਸਮਝਦਾ ਵੀ ਉਹ ਮੈਡਮ ਨੇ ਬਹੁਤ ਵਧੀਆ ਗੱਲ ਕੀਤੀ। ਉਹਨੇ ਕਿਹਾ ਵੀ ਠੀਕ ਹੈ, ਮੈਂ ਵੂਮਨ ਕਮਿਸ਼ਨ ਦੀ ਚੇਅਰਪਰਸਨ ਹਾਂ, ਇਹਦਾ ਮਤਲਬ ਇਹ ਨਹੀਂ ਕਿ ਜੇ ਵੂਮਨ ਟੌਰਚਰ ਹੁੰਦੀਆਂ ਤੇ ਇਕੱਲੀ ਉਹਨਾਂ ਦੀ ਗੱਲ ਕਰਾਂ, ਹਾਂ ਜੇ ਸਾਡੀਆਂ ਬੀਬੀਆਂ ਦੇ ਜ਼ਰੀਏ ਮੁੰਡੇ ਟੌਰਚਰ ਹੁੰਦੇ ਤੇ ਉਹਨਾਂ ਦੀ ਗੱਲ ਵੀ ਕਿਉਂ ਨਾ ਕੀਤੀ ਜਾਵੇ। ਉਹਨੇ ਕਿਹਾ ਕਿ ਮੈਂ ਜਾਊਂਗੀ ਬਰਨਾਲੇ। ਉਹ ਧਨੌਲੇ ਆਈ ਤੇ ਕੱਲ੍ਹ ਜਦੋਂ ਮਿਲਣ ਵਾਸਤੇ ਆਈ ਉਹਦੇ ਪਰਿਵਾਰ ਨੂੰ, ਮੁੰਡੇ ਦੇ ਲਵਪ੍ਰੀਤ ਦੇ ਨੂੰ, ਤੇ ਫਿਰ ਕਈ ਸਾਰੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਵੂਮਨ ਕਮਿਸ਼ਨ ਦੀ ਚੇਅਰਪਰਸਨ ਹੋਣੀ ਹੈ। ਛਪਾਰ ਵਾਲੇ ਮੇਲੇ ਵਾਂਗੂ ਇਕੱਠ ਹੋ ਗਿਆ ਉੱਥੇ ਜੀ। ਫਿਰ ਬਹੁਤ ਵੱਡੀ ਪੱਧਰ ਦੇ ਵਿੱਚ ਜਿਹੜੇ ਹੈ ਵਿਦੇਸ਼ੀ ਬੀਬੀਆਂ ਜਿਹੜੀਆਂ ਵਿਦੇਸ਼ਾਂ 'ਚ ਚਲੀਆਂ ਗਈਆਂ, ਪਤਨੀਆਂ ਵਿਦੇਸ਼ੀ ਨਹੀਂ ਹੋ ਗਈਆਂ, ਮਤਲਬ ਕਿ ਵਿਦੇਸ਼ਾਂ 'ਚ ਚਲੀਆਂ ਗਈਆਂ, ਵਿਦੇਸ਼ਾਂ 'ਚ ਰਹਿਣ ਲੱਗ ਗਈਆਂ ਨਾ। ਗੋਰੀਆਂ ਨਹੀਂ ਕਹਿ ਸਕਦੇ, ਮਤਲਬ ਕੁੜੀਆਂ ਸਾਡੀਆਂ ਵਿਦੇਸ਼ਾਂ 'ਚ ਰਹਿਣ ਲੱਗ ਗਈਆਂ। ਤੇ ਉਹਨਾਂ ਦੇ ਜਿਹੜੇ ਸਤਾਏ ਹੋਏ ਪਤੀ ਹੈ ਜੀ, ਫਿਰ ਉਹ ਉੱਥੇ ਪਹੁੰਚ ਗਏ ਜੀ। ਕਿੰਨੇ ਬੰਦੇ ਪਹੁੰਚੇ ਜੀ? 42। ਅੱਛਾ ਜੀ, 42 ਬੰਦੇ ਖੜੇ ਹੈ ਬਾਹਰ। ਮਨੀਸ਼ਾ ਗੁਲਾਟੀ ਅੰਦਰ ਗਏ ਹੈ ਕਿ ਜੀ ਅਸੀਂ ਗੱਲ ਕਰਨੀ ਹੈ ਉਹਦੇ ਨਾਲ। ਮਨੀਸ਼ਾ ਗੁਲਾਟੀ ਨੇ ਪਰਿਵਾਰ ਦੇ ਨਾਲ ਦੁੱਖ ਸੁੱਖ ਕੀਤਾ। ਪਰਿਵਾਰ ਨਾਲ ਦੁੱਖ ਸੁੱਖ ਕਰਨ ਤੋਂ ਬਾਅਦ ਜਦੋਂ ਬਾਹਰ ਆਈ, 4-5 ਉਹਨੂੰ ਬੰਦੇ ਮਿਲ ਸਕੇ, ਬਾਕੀ ਨੂੰ ਤਾਂ ਮਿਲਣ ਦਾ ਟਾਈਮ ਨਹੀਂ ਮਿਲਿਆ। ਉਹਨਾਂ ਨੇ ਆਪਣੀਆਂ ਅਰਜ਼ੀਆਂ ਪਰਚੇ ਦਿੱਤੇ ਤੇ ਉਹਨੇ ਅਰਜ਼ੀਆਂ ਪਰਚੇ ਲੈ ਕੇ ਚਲੀ ਗਈ। ਪਰ ਉਹਨੇ ਇੱਕ ਗੱਲ ਕਹੀ ਹੈ ਜੀ ਕਿ ਇਸ ਮਕਸਦ ਲਈ ਮੈਂ ਕੈਨੇਡਾ ਵੀ ਜਾਊਂਗੀ, ਔਰ ਕੈਨੇਡਾ ਦੀ ਸਰਕਾਰ ਨਾਲ ਮੈਂ ਜਾ ਕੇ ਗੱਲ ਕਰੂੰਗੀ ਕਿ ਜਿਹੜੀਆਂ ਕੁੜੀਆਂ ਇਸ ਤਰ੍ਹਾਂ ਦਾ ਧੱਕਾ ਕਰਦੀਆਂ, ਜਿਹੜੀਆਂ ਕੁੜੀਆਂ ਨੇ ਇਸ ਤਰ੍ਹਾਂ ਦੀ ਜ਼ਿਆਦਤੀ ਕੀਤੀ ਹੈ ਕਿ ਪੈਸੇ ਲਵਾਤੇ। ਹੁਣ ਜਿਹੜਾ ਸਾਡੇ ਸਾਹਮਣੇ ਜਿਹੜਾ ਆਇਆ ਜੀ, 23 ਤੋਂ ਲੈ ਕੇ 33 ਲੱਖ ਰੁਪਏ ਤੱਕ ਲਾਏ ਲੋਕਾਂ ਲੱਗੇ ਜੀ। ਕੁਛ ਇੱਕ ਨੇ ਤਾਂ ਕਰਜ਼ੇ ਚੱਕੇ ਹੈ, ਕੁਛ ਇੱਕ ਨੇ ਜ਼ਮੀਨਾਂ ਵੇਚੀਆਂ, ਕੁਛ ਇੱਕ ਜਿਹੜੇ ਹੈਗੇ ਆ ਆਪਣੇ ਰਿਸ਼ਤੇਦਾਰਾਂ ਦੇ ਗੁਲਾਮ ਬਣੇ ਕਿਸਮ ਦੇ। ਜਦੋਂ ਕਿਸੇ ਦੇ ਪੈਸੇ ਦੇਣੇ ਹੁੰਦੇ ਨੇ ਜੀ, ਫਿਰ ਗੁਲਾਮ ਬਣਦੇ ਆ। ਪੈਸੇ ਚੱਕ ਕੇ ਉਹਨਾਂ ਨੇ ਰੀਣੀ ਚੜੀ ਆਪਦੀ ਲਾਤੀ ਸਾਰੀ, ਕਿ ਮੁੰਡਾ ਕੈਨੇਡਾ ਵਾਲੀ ਕੁੜੀ ਨੂੰ ਵਿਆਹਿਆ ਗਿਆ, ਅਮਰੀਕਾ ਵਾਲੀ ਨੂੰ ਜਾਂ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਕਿਤੇ ਵੀ ਕਹਿ ਦਿਓ। ਤੇ ਬਾਅਦ ਦੇ ਵਿੱਚ ਜਾ ਕੇ ਜੋ ਕੁੜੀਆਂ ਕਹਿੰਦੇ ਜੀ ਸਵਿਚ ਆਫ, ਤੇ ਉਹ ਤੋਂ ਬਾਅਦ ਫਿਰ ਉਹਨਾਂ ਦੀ ਬਣਦੀ ਕੀ ਹੈ? ਇਹ ਹਾਲਤ ਬੜੀ ਮਾੜੀ ਹੁੰਦੀ ਹੈ। ਉਹਨਾਂ ਦੇ ਵਾਸਤੇ ਮਨੀਸ਼ਾ ਗੁਲਾਟੀ ਨੇ ਕਿਹਾ ਕਰਦੀ ਹੈ, ਕੁਛ ਨਹੀਂ ਕਰਦੀ, ਵੱਖਰੀ ਗੱਲ। ਨਾਲੇ ਢਿੱਲੋਂ ਸਾਹਿਬ ਉਹਦੇ ਬਾਰੇ ਨਾ ਆਪਣੇ ਸੀਨੀਅਰ ਪੱਤਰਕਾਰ ਨੇ ਸਰੀ ਤੋਂ ਗੁਰਪ੍ਰੀਤ ਸਿੰਘ ਸੋਤਾ, ਮੇਰੀ ਉਹਨਾਂ ਨਾਲ ਗੱਲ ਹੋਈ ਸੀ। ਉਹ ਕਹਿੰਦੇ ਬਾਈ ਜੀ ਇਹਦੇ 'ਚ ਕੈਨੇਡਾ ਸਰਕਾਰ ਕੁਛ ਨਹੀਂ ਕਰ ਸਕਦੀ। ਉਹ ਕਹਿੰਦੇ ਪਹਿਲੀ ਗੱਲ ਤਾਂ ਜੇ ਕੰਟਰੈਕਟ ਮੈਰਿਜ ਕਹਿਤੀ, ਉਹ ਕਹਿੰਦੇ ਉਹ ਤਾਂ ਹੀ ਇਲੀਗਲ ਹੈ। ਜਦੋਂ ਉਹ ਇੱਥੇ ਆ ਗਈ, ਵਿਆਹ ਤੁਹਾਡਾ ਇੰਡੀਆ 'ਚ ਹੋਇਆ, ਕੀ ਲੈਣ ਦੇਣਾ ਕੀ ਨਹੀਂ, ਉਹ ਇਸ ਚੀਜ਼ ਨੂੰ ਮੰਨਦੇ ਹੀ ਨਹੀਂ। ਉਹ ਕਹਿੰਦੇ ਫਿਰ ਲੜਕੀ ਦੀ ਮਰਜ਼ੀ ਹੈ, ਉਹ ਆ ਕੇ ਆਪਦੇ ਘਰ ਵਾਲੇ ਨਾਲ ਰਹਿੰਦੀ ਹੈ, ਨਹੀਂ ਰਹਿੰਦੀ, ਡਿਵੋਰਸ ਲੈਂਦੀ ਹੈ, ਕੀ ਕਰਦੀ ਹੈ ਉਹਦੀ ਮਰਜ਼ੀ ਹੈ। ਉਹਨੂੰ ਕਹਿੰਦੇ ਇਸ ਮਸਲੇ ਦੇ ਉੱਤੇ ਡਿਪੋਰਟ ਨਹੀਂ ਕੀਤਾ ਜਾ ਸਕਦਾ। ਚਲੋ ਇੱਕ ਵੱਖਰੀ ਗੱਲ ਹੈ, ਕੈਨੇਡਾ ਦੇ ਕਾਨੂੰਨ ਕੀ ਹੈ ਜਿਹੜਾ ਕੁਛ ਹੈ, ਉਹਨਾਂ ਨੇ ਕੈਨੇਡਾ ਦੇ ਕਾਨੂੰਨਾਂ ਮੁਤਾਬਕ ਚੱਲਣਾ ਚਲਾਉਣਾ। ਪਰ ਗੱਲ ਇਹ ਕਿ ਵੀ ਘੱਟੋ ਘੱਟ ਮੈਂ ਇਹ ਸਮਝਦਾ ਕਿ ਵੂਮਨ ਕਮਿਸ਼ਨ ਦੀ ਚੇਅਰਪਰਸਨ ਨੇ ਜੀ ਦੁੱਖ ਦੀ ਰਗ ਤੇ ਹੱਥ ਤਾਂ ਧਰਿਆ ਨਾ। ਬਿਲਕੁਲ, ਉਹਨੇ ਜਾ ਕੇ ਇਹਦੇ ਵਿੱਚ ਨਾ ਢਿੱਲੋਂ ਸਾਹਿਬ ਕੁਝ ਕਾਰਨਾਂ ਦੇ ਆਪਾਂ ਦੋਵੇਂ ਜਾਣੇ ਇਹਨੂੰ ਡਿਸਕਸ ਵੀ ਕਰਦੇ, ਜੋ ਮੈਂ ਵੀ ਦੇਖਿਆ, ਜਾਂ ਆਪਣਾ ਵੀ ਤੁਹਾਡਾ ਹੀ ਵਾਹ ਪਿਆ ਰਿਹਾ, ਆਪਣਾ ਵੀ ਰਿਹਾ। ਇੱਕ ਤਾਂ ਦੇਖੋ 1.5 ਸਾਲ ਹੋ ਗਿਆ ਜਾਂ ਤੁਹਾਨੂੰ ਲਾਕਡਾਊਨ 'ਚ, ਲਾਕਡਾਊਨ ਦੇ ਵਿੱਚ ਵੀਜ਼ਾ ਤਾਂ ਮਿਲ ਨਹੀਂ ਰਿਹਾ ਕਿਸੇ ਨੂੰ, ਜਿਹੜਾ ਚਲਿਆ ਗਿਆ ਉਹਨਾਂ ਦੇ ਪਹਿਲਾਂ ਵੀਜ਼ੇ ਹੈਗੇ ਆ। ਨੰਬਰ 1। ਨੰਬਰ 2, ਜਿਹੜੇ ਬੰਦੇ ਨੇ ਕਰਜ਼ਾ ਚੱਕਿਆ ਹੁੰਦਾ ਨਾ, ਬਹੁਤ ਲੋਕ ਅਜੇ ਵੀ ਬੜੇ ਭੁਲੇਖੇ 'ਚ ਨੇ ਕਿ ਕੈਨੇਡਾ ਦੇ ਵਿੱਚ ਸ਼ਾਇਦ ਸੜਕਾਂ ਦੇ ਉੱਤੇ ਡਾਲਰ ਪਏ ਨੇ ਤੇ ਬੌਕਰ ਮਾਰਨੀ ਹੈ, ਬਸ ਇਕੱਠੇ ਕਰ ਲੈਣੇ। ਬੜਾ ਸੌਖਾ ਸਮਝਦੇ ਆ ਕਿ ਉੱਥੇ ਉਹ ਫਿਰ ਹਜੇ ਲੜਕੀ ਉੱਥੇ ਉਤਰੀ ਨਹੀਂ ਹੁੰਦੀ ਜਾਂ ਮੁੰਡਾ ਉੱਥੇ ਉਤਰਿਆ ਨਹੀਂ ਹੁੰਦਾ, ਮਾਂ ਪਿਓ ਪਹਿਲਾਂ ਕਹਿਣ ਲੱਗ ਪੈਂਦੇ ਕਾਕਾ ਸਾਡਾ ਕਰਜ਼ਾ ਲਾਉਣਾ, ਪੈਸੇ ਭੇਜ। ਹੁਣ ਜਦੋਂ ਤੁਸੀਂ ਸਿਆਣੇ ਹੋ ਕਿ ਨੌਕਰੀਆਂ, ਆਪਾਂ ਵੀ ਜਾ ਕੇ ਆਏ ਹਾਂ, ਨੌਕਰੀਆਂ ਤਾਂ ਹੁਣ ਸਟੂਡੈਂਟ ਲਈ ਤਾਂ ਵੈਸੇ 20 ਘੰਟੇ ਕੰਮ ਆ, ਉਹ ਕੀ ਕਰੂਗਾ ਉੱਥੇ? ਫਿਰ ਇਹ ਹੋ ਜਾਂਦਾ। ਫਿਰ ਤੀਜੀ ਗੱਲ ਇੱਕ ਜਿਹੜੀ ਆਪਾਂ ਸਾਰੇ ਨੋਟ ਕਰੋ, ਇੱਕ ਕੌੜਾ ਸੱਚ ਹੈ। ਡਾਕਟਰ ਸ਼ਿੰਦਰ ਕੌਰ ਹੋਰਾਂ ਨਾਲ ਵੀ ਕੱਲ੍ਹ ਗੱਲ ਹੁੰਦਾ ਕਿ ਜਦੋਂ ਬਾਹਰੋਂ ਆਉਂਦੇ ਨੇ ਲੋਕ, ਸਾਡੀਆਂ ਤਮੰਨਾਵਾਂ ਬੜੀਆਂ ਹੁੰਦੀਆਂ ਜੀ, ਐਪਲ ਦਾ ਫੋਨ ਦੇ ਦਿਓ, ਫਲਾਨਾ ਲਿਆ ਦਿਓ, ਧਮਕਾ ਲਿਆ ਦਿਓ। ਹੁਣ ਜਿਹੜਾ ਸਟੂਡੈਂਟ ਬੱਚਾ ਗਿਆ, ਉਹ ਪੜ੍ਹਾਈ ਕਰੇ ਜਾਂ ਤੁਹਾਡੇ ਲਈ ਲੱਖ ਰੁਪਏ ਦੇ ਐਪਲ ਫੋਨ ਭੇਜੇ,
ਹੁਣ ਉਹ ਚੀਜ਼ਾਂ ਵੀ ਕਲੇਸ਼ ਖੜਾ ਕਰਦੀਆਂ ਨੇ, ਡਿਮਾਂਡਾਂ ਵੱਧ ਜਾਂਦੀਆਂ ਨੇ। ਕਾਰਨ ਇੱਕ ਨਹੀਂ ਹੁੰਦੇ, ਕਾਰਨ ਬੜੇ ਹੋ ਜਾਂਦੇ ਆ। ਇੱਕ ਅੱਧਾ 2-4 ਆਪਾਂ ਕੇਸ ਕਹਿ ਸਕਦੇ ਹਾਂ ਵੀ ਜਿੱਥੇ ਆਪਾਂ ਮੰਨ ਲਿਆ ਕਿ ਬੰਦਾ ਮੁੱਕਰ ਗਿਆ ਜਾਂ ਕੁਝ ਵੀ ਹੋ ਗਿਆ, ਪਰ ਉਹ ਮੁੱਕਰਨ ਦੇ ਵਿੱਚ ਜਿਹੜਾ ਆਪਾਂ ਅੱਗੇ ਗੱਲ ਕਹੀਏ ਕਿ ਉਹਦੇ ਵਿੱਚ ਜਿਹੜੀ ਤੁਰੰਤ ਪੈਸੇ ਦੀ ਮੰਗ ਵਾਪਸੀ ਦੀ ਸ਼ੁਰੂ ਹੋ ਜਾਂਦੀ ਆ, ਹਜੇ ਮੁੰਡਾ ਉੱਥੇ ਗਿਆ ਨਹੀਂ ਹੁੰਦਾ, ਉਹ ਵੀ ਇੱਕ ਬਹੁਤ ਵੱਡਾ ਦਫਾੜ ਹੁੰਦਾ। ਅਗਲਾ ਕਹਿੰਦਾ ਜੀ ਫੋਨ ਬੰਦ ਕਰ ਦਿਓ, ਆਪਾਂ ਰਾਹ ਹੀ ਛੱਡ ਦਿਓ, ਪਰ ਭੱਜ ਜਾਂਦਾ ਅਗਲਾ। ਨਹੀਂ ਉਹ ਠੀਕ ਹੈ, ਜਿਹੜਾ ਮੁੰਡਾ ਜਾਊਗਾ ਉਹ ਤੋਂ ਜੇ ਪੈਸੇ ਦੀ ਮੰਗ ਕਰਨਗੇ ਉਹ ਸਾਰਾ ਕੁਛ ਹੋਣਾ, ਲੇਕਿਨ ਜਿੱਥੇ ਤੁਸੀਂ ਜਾ ਕੇ ਕਨੈਕਸ਼ਨ ਹੀ ਤੋੜ ਦਿਓ। ਹਾਂ, ਜੇ ਤੁਸੀਂ ਉਹਨਾਂ ਨਾਲ ਤਾਲਮੇਲ ਹੀ ਨਾ ਰੱਖੋ। ਆਫਟਰ ਆਲ ਜੇ ਤੁਹਾਡਾ ਕਿਸੇ ਮੁੰਡੇ ਨਾਲ ਮੈਰਿਜ ਹੋਈ ਹੈ, ਚਲੋ ਇੱਕ ਤਾਂ ਕੰਟਰੈਕਟ ਮੈਰਿਜ ਹੋ ਗਈ, ਸਹੀ ਜਿਹੜੀਆਂ ਮੈਰਿਜਸ ਹੋਈਆਂ, ਹਾਂ, ਉਹ ਤੋਂ ਬਾਅਦ ਜੇ ਤੁਸੀਂ ਮੁੰਡੇ ਨਾਲ ਗੱਲ ਕਰੋ, ਆਪਣੇ ਸਹੁਰੇ ਪਰਿਵਾਰ ਨਾਲ ਗੱਲ ਕਰੋ, ਉਹਦੇ ਨਾਲ ਜਾ ਕੇ ਤੁਸੀਂ ਹੋਰਾਂ ਮੁੰਡਿਆਂ ਨਾਲ ਰਹਿਣਾ ਸ਼ੁਰੂ ਕਰ ਦਿਓ। ਉਹਨੇ ਮੈਂ ਕੁੜੀ ਦਾ ਨਾਂ ਨਹੀਂ ਲੈਣਾ ਚਾਹੂੰਗਾ, ਇਸ ਕੁੜੀ ਦੀਆਂ ਤਾਂ ਹੋਰ ਮੁੰਡੇ ਨਾਲ ਤਸਵੀਰਾਂ ਵੀ ਆ ਗਈਆਂ। ਵਿਆਹ ਕਿਸੇ ਹੋਰ ਨਾਲ ਹੋਇਆ, ਲਾਵਾ ਕਿਸੇ ਹੋਰ ਨਾਲ ਲਈਆਂ, ਜੇ ਕਿਸੇ ਹੋਰ ਮੁੰਡੇ ਨਾਲ ਉਹਦੀਆਂ ਤਸਵੀਰਾਂ ਆ ਗਈਆਂ ਤੇ ਇਹਦਾ ਮਤਲਬ ਹੈ ਕਿ ਜਾਣ ਬੁੱਝ ਕੇ ਉਹਨੇ ਉਹਨਾਂ ਨਾਲ ਆਪਦਾ ਰਾਬਤਾ ਤੋੜਿਆ। ਬਈ ਰਾਬਤਾ ਨਹੀਂ ਨਾ ਤੋੜਨਾ ਚਾਹੀਦਾ। COVID-19 ਆ ਗਿਆ, ਕੁਛ ਵੀ ਆ ਗਿਆ, ਚੀਜ਼ਾਂ ਆਉਂਦੀਆਂ, ਇਹ ਤਾਂ ਪ੍ਰੋਬਲਮ ਸਮੱਸਿਆਵਾਂ ਆਉਣੀਆਂ, ਲੇਕਿਨ ਤਾਲਮੇਲ ਤਾਂ ਰਹਿੰਦਾ ਹੈ। ਤੁਸੀਂ ਹੁਣ ਦੇਖੋ ਵੀ ਆਪਣੇ ਬੱਚੇ ਹੈ, ਮੇਰੀ ਬੇਟੀ ਗਈ ਹੈ ਬਾਹਰ COVID-19 ਦੇ ਚੱਲਦੇ, ਹੁਣ ਸਾਡਾ ਹੀ ਨਾਲ ਉਹਨੂੰ 2-3 ਸਾਲ ਹੋ ਗਏ ਇੱਥੋਂ ਆ ਕੇ ਗਈ ਨੂੰ, ਨਹੀਂ ਉਹ ਆ ਸਕੀ, ਕੰਡੀਸ਼ਨਸ ਹੈ। ਲੇਕਿਨ ਇਹ ਤਾਂ ਨਹੀਂ ਵੀ ਟੈਲੀਫੋਨ ਕਰਨੇ ਵੀ ਬੰਦ ਕਰ, ਟੈਲੀਫੋਨ ਤਾਂ ਹੁੰਦੇ ਨਾਲ ਦੇ ਪਰਿਵਾਰ ਨਾਲ। ਜੇ ਲੜਕੀਆਂ ਆਪਣੇ ਮਾਪਿਆਂ ਨਾਲ ਟੈਲੀਫੋਨ ਤੇ ਗੱਲ ਕਰ ਸਕਦੀਆਂ ਤੇ ਫਿਰ ਸਹੁਰਿਆਂ ਨਾਲ ਕਿਉਂ ਨਹੀਂ, ਹਸਬੈਂਡ ਨਾਲ ਕਿਉਂ ਨਹੀਂ? ਇਹ ਉੱਥੇ ਉਹਨਾਂ ਦਾ ਗੁਨਾਹ ਹੈ। ਚਲੋ ਜਿਹੜੇ ਕੰਟਰੈਕਟ ਮੈਰਿਜ, ਜਿਵੇਂ ਸੋਥਾ ਸਾਹਿਬ ਨੇ ਕਿਹਾ ਕਿ ਕੰਟਰੈਕਟ ਮੈਰਿਜ ਜੇ ਤੁਸੀਂ ਕਹਿ ਦੋਗੇ ਤਾਂ ਕੰਟਰੈਕਟ ਮੈਰਿਜ ਤੱਕ ਮਤਲਬ ਉਹ ਹੈ ਹੀ ਨਹੀਂ, ਕਾਨੂੰਨੀ ਜਾਇਜ਼ ਹੀ ਨਹੀਂ, ਤਾਂ ਨਜਾਇਜ਼ ਹੈ ਕੰਮ। ਪਰ ਜਿਹੜਾ ਜਿੱਥੇ ਸਹੀ ਮੈਰਿਜ ਹੋਈ ਹੈ, ਬੰਦੇ ਨੇ ਪੈਸੇ ਲਾਏ ਆ ਚੱਕ ਕੇ, ਉੱਥੇ ਘੱਟੋ ਘੱਟ ਤੁਸੀਂ ਉਹਨਾਂ ਨਾਲ ਤਾਂ ਤਾਲਮੇਲ ਤਾਂ ਰੱਖ ਲਓ। ਜਦੋਂ ਹਾਲਾਤ ਸੁਧਰਦੇ ਆ ਬੰਦਾ ਉਦੋਂ ਆ ਜਾਂਦਾ। ਇਹ ਠੀਕ ਹੈ, ਜਾ ਕੇ ਹੁਣ ਜਿਹੜੀਆਂ ਕੁੜੀਆਂ ਮੁੰਡੇ ਉੱਥੇ ਜਾਂਦੇ ਆ ਸਰ ਤਾਂ ਨੌਕਰੀ ਨੇ ਸਾਲ 2 ਸਾਲ ਜਿਹੜੀ ਉਹਨਾਂ ਨੇ ਪੜ੍ਹਾਈ ਕਰਨੀ ਹੈ, ਉਹਦੇ ਨਾਲ ਤਾਂ ਉਹ ਆਪਣਾ ਖਰਚਾ ਕੱਢ ਲੈਣੇ, ਇਹੀ ਬਹੁਤ ਹੈ। ਜੀ ਖਰਚਾ ਵੀ ਨਹੀਂ ਨਿਕਲਦਾ, ਸਗੋਂ ਸਿਆਣੇ। ਪਰ ਇਹ ਗੈਂਗ, ਮੈਂ ਹੁਣ ਪਿੱਛੇ ਜੇ ਮੈਨੂੰ ਪੂਰਾ ਨਹੀਂ, ਮੈਂ ਢਿੱਲੋਂ ਸਾਹਿਬ ਇਸੇ ਕਰਕੇ ਚਲੋ ਅੱਜ ਛੋਟੀ ਜਿਹੀ ਗੱਲ ਉੱਥੇ ਨਿਬੇੜਦਾ, ਮੈਂ ਪਿੱਛੇ ਲੱਗਿਆ ਸੀ। ਹੁਣ ਇੱਕ ਥਾਣੇਦਾਰ ਖੰਨੇ ਦਾ, ਉਹ ਗੈਂਗ ਚਲਾਉਂਦਾ, ਕਿਤੇ ਉਹ ਕੁੜੀ ਦਾ ਪਿਓ ਬਣ ਜਾਂਦਾ, ਕਿਤੇ ਚਾਚਾ ਬਣ ਜਾਂਦਾ, ਕਿਤੇ ਭਰਾ ਬਣ ਜਾਂਦਾ, ਭੁੱਲ ਜਾਂਦਾ ਮੈਂ ਕਿਹੜੀ ਕੁੜੀ ਦੀ ਗੱਲ ਕੀਤੀ। ਜਦੋਂ ਐਡ ਦਿੰਦਾ ਉਹ ਆਪਦੀ ਬੇਟੀ ਦੀ ਦਿੰਦਾ, ਬੇਟੀ ਦੀ ਕਹਿ ਕੇ। ਉਹ ਫਿਰ ਜਦੋਂ ਮੈਂ ਉਹਨੂੰ ਆਖਿਆ, ਮੈਂ ਕਿਹਾ ਤੂੰ ਤਾਂ ਆਪਦੀ ਬੇਟੀ ਦੀ ਗੱਲ ਕਰ ਰਿਹਾ, ਹਾਂਜੀ ਮੇਰੀ ਬੇਟੀ ਵੀ ਹੈਗੀ ਹੈ, ਇੰਨੇ ਰੁਪਈਏ ਲੱਗਣਗੇ, ਇੰਨੇ ਪਹਿਲਾਂ ਜਮ੍ਹਾਂ ਕਰਾ ਦਿਓ, ਇੱਥੇ ਵੀਜ਼ਾ ਲੱਗੂਗਾ, ਇੱਥੇ ਉਹ ਲੱਗੂਗਾ। ਕਹਿਣ ਤੋਂ ਭਾਵੇਂ ਕਿ ਇਹ ਇੰਡਸਟਰੀ ਧੰਦਾ ਬਣ ਗਿਆ, ਧੰਦਾ ਵੀ ਬਣ ਗਿਆ। ਬਿਲਕੁਲ, ਜਦੋਂ ਧੰਦਾ ਬਣਦਾ ਤੇ ਫਿਰ ਧੰਦੇ 'ਚ ਤਾਂ ਤੁਸੀਂ ਵੀ ਸਿਆਣੇ। ਅਗਲਾ ਠੱਗੀਆਂ ਨੇ ਹੁਣ ਕਿੰਨੇ ਲੋਕ ਠੱਗੀਆਂ ਲਾਈ ਜਾਂਦੇ। ਆ ਜਾਲੀ ਵਿਆਹ ਵਾਲੇ ਬਠਿੰਡੇ ਨਹੀਂ ਫੜੇ ਗਏ ਤਾਂ ਇੰਡੀਆ 'ਚ ਹੀ ਦੱਸੋ। ਬਿਲਕੁਲ ਨਹੀਂ, ਉਹ ਤਾਂ ਥਾਂ ਹੀ ਚਲੀ ਜਾਂਦੀਆਂ, ਉਹ ਤਾਂ ਪਹਿਲਾਂ ਮੁੱਢ ਕਦੀਮ ਤੋਂ ਚੱਲਦੀ, ਅੱਜ ਤੋਂ ਨਹੀਂ ਚੱਲਦੀ। ਮੈਂ ਢਿੱਲੋਂ ਸਾਹਿਬ ਬੜੀ ਹੈਰਾਨੀ ਦੀ ਗੱਲ ਕਰਦਾ, ਮੈਂ ਇੱਕ ਵਿਆਹ ਤੇ ਚਲਾ ਗਿਆ, ਮੈਂ, ਮੇਰੀ ਵਾਈਫ, ਮੇਰੇ ਪੇਰੈਂਟਸ ਵੀ। ਉਹ ਵਿਆਹ ਰਿਸ਼ਤੇਦਾਰੀ ਇਹੋ ਜਿਹਾ ਜਚਾਇਆ ਢਿੱਲੋਂ ਸਾਹਿਬ, ਸਾਨੂੰ ਉਦੋਂ ਪਤਾ ਲੱਗਿਆ ਜੋ 3 ਸਾਲਾਂ ਬਾਅਦ ਉਸ ਕੁੜੀ ਦਾ ਫੇਰ ਵਿਆਹ ਆ ਗਿਆ। ਉਹ ਕਹਿੰਦੇ ਜੀ ਉਦੋਂ ਤਾਂ ਇਹਨੂੰ ਬਾਹਰ ਭੇਜਣਾ ਸੀ, ਉਦੋਂ ਨਕਲੀ ਵਿਆਹ ਕੀਤਾ ਸੀ। ਬਿਲਕੁਲ, ਉਹ ਨਕਲੀ ਵਿਆਹ ਦੇ ਉੱਤੇ ਢਿੱਲੋਂ ਸਾਹਿਬ ਮੈਂ ਹੈਰਾਨ, ਇਕੱਠ ਵਾਲਾ, ਰੌਣਕ ਮੇਲਾ ਵਾਲਾ, ਤੇ ਜਿਹੜਾ ਅਸਲ ਵਿਆਹ ਸੀ ਉੱਥੇ ਸੱਦਾ ਹੀ ਨਹੀਂ ਕਿਸੇ। ਨਹੀਂ, ਉਹ ਨਕਲੀ ਵਿਆਹ ਤੇ ਫਿਰ ਦਿਖਾਉਣਾ ਹੁੰਦਾ ਐਮਬੈਸੀ 'ਚ, ਉਹਦੀਆਂ ਫਿਰ ਵੀਡੀਓ ਵੀ ਬਣਾਈਆਂ ਜਾਂਦੀਆਂ ਕਿ ਆ ਦੇਖੋ ਜੀ ਵਿਆਹ ਹੋ ਗਿਆ। ਕਿਉਂਕਿ ਜਿਵੇਂ ਜੋ ਕੁਛ ਅਸੀਂ ਕਰਦੇ ਹਾਂ, ਮੇਰੇ ਖਿਆਲ ਇਹਦੇ ਨਾਲ ਇੱਕ ਨਵੀਂ ਪ੍ਰੋਬਲਮ ਖੜੀ ਹੋਣੀ ਹੈ। ਆ ਕੰਟਰੈਕਟ ਮੈਰਿਜਸ ਦੀ ਵਜ੍ਹਾ ਕਾਰਨ ਜਿਹੜੇ ਜਾਇਜ਼ ਵਿਆਹ ਹੋਣਗੇ, ਸੱਚੀ ਮੁੱਚੀ ਹੋਣਗੇ, ਐਮਬੈਸੀ ਨੇ ਉਹਨਾਂ ਨੂੰ ਦੇਣੇ। ਉਹੀ ਆਪਾਂ ਗਰੰਟੀ ਵਾਲੀ ਗੱਲ ਸੁਣਾਉਣੇ। ਕੋਈ ਜਾਵੜੇ ਸੀ ਆਪਣੇ ਬਣ ਕੇ ਜੀ, ਕਹਿੰਦੇ ਬਾਹਰ ਆ ਕੇ ਅਸੀਂ ਧਰਮ ਪ੍ਰਚਾਰ ਨਹੀਂ ਜਾਣਾ। ਉਹ ਪਹਿਲਾਂ ਇੰਟਰਵਿਊ ਹੋਈ ਜਦੋਂ, ਤੇ ਉਹ ਜਿਹੜੇ ਮੇਰੇ ਵਰਗੇ ਸੀਗੇ ਉਹ ਕਹਿੰਦੇ ਜੀ ਤੁਸੀਂ ਸ਼ਬਦ ਗਾ ਕੇ ਦਿਖਾਓ। ਕਹਿੰਦੇ ਨਾ, ਆਈ ਨਹੀਂ ਕਹਿੰਦੇ ਸ਼ਬਦ ਗਾਇਆ ਜਾਂਦਾ, ਪਹਿਲਾਂ ਇੱਥੇ ਬੌਕਰ ਮਾਰੋ, ਧੋ, ਚਿੱਟੀਆਂ ਚਾਦਰਾਂ ਵਿਛਾਓ। ਉਹਨਾਂ ਨੇ 1-1.5 ਘੰਟਾ ਲਵਾ ਕੇ ਉੱਥੇ ਉਹਨਾਂ ਦਾ ਪੂਰਾ ਮੁਜੱਸਮਾ ਸਜਾ ਕੇ, ਤੇ ਫਿਰ ਉਹ ਕਹਿੰਦੇ ਵੀ ਚਲੋ ਰਹਿਣ ਦਿਓ, ਮੰਨ ਗਏ, ਠੀਕ ਆ। ਇਦੋਂ ਪਹਿਲਾਂ ਕਿ ਉਹ ਬਾਜੇ ਸਜਾਉਂਦੇ। ਉਹ ਜਦੋਂ ਉਹਨਾਂ ਦਾ ਵੀਜ਼ਾ ਲੱਗ ਗਿਆ, ਜਦੋਂ ਅਸਲੀ ਗਏ, ਉਹਨਾਂ ਨੇ ਉੱਥੇ ਹੀ ਜੋੜੇ ਲਾਏ, ਤੇ ਉਹ ਤਾਂ ਕਹਿੰਦੇ ਨਾ ਤੁਸੀਂ ਤਾਂ ਨਕਲੀ, ਤੁਹਾਨੂੰ ਤਾਂ ਕਹਿੰਦੇ ਪ੍ਰੋਟੋਕਾਲ ਹੀ ਨਹੀਂ ਆਉਂਦਾ। ਬਿਲਕੁਲ ਨਿਯਮਾਂ ਦਾ ਹੀ ਨਹੀਂ ਪਤਾ, ਉਹਨਾਂ ਦਾ ਛੱਡਤਾ। ਸੋ ਇਹ ਸਥਿਤੀਆਂ ਹੋ ਜਾਂਦੀਆਂ ਨੇ। ਇਹ ਬੜੀ ਆਪਣੇ ਆਪ ਦੇ ਵਿੱਚ ਦੁਖਾਂਤ ਹੈ ਪੰਜਾਬ ਦਾ। ਅਗਲਾ 20-25 ਲੱਖ ਰੁਪਈਆ ਲਾ ਕੇ ਜਾਂਦਾ, ਉਹ ਹੈ ਤਾਂ ਏਜੰਟ ਹੀ ਇੱਕ ਕਿਸਮ ਦਾ। ਬਿਲਕੁਲ ਹਾਂਜੀ, ਉਹ ਉੱਧਰ ਆ, ਫਿਰ ਗਾਂਹ ਜਾ ਕੇ ਉਹਨਾਂ ਦਾ ਪੱਕਾ ਹੋਣਾ ਹੈ, ਕਦੋਂ ਨਹੀਂ ਹੋਣਾ, ਫਿਰ ਉੱਥੇ ਜਾ ਕੇ ਧੰਦਾ ਸ਼ੁਰੂ ਹੋ ਜਾਂਦਾ। ਕੱਲਾ ਸਟੂਡੈਂਟ ਵੀਜ਼ੇ ਤੇ ਉੱਥੇ ਪਹੁੰਚ ਕੇ ਕੰਮ ਨਹੀਂ ਖਤਮ ਹੁੰਦਾ, ਫਿਰ ਤਾਂ PR ਹੈ। PR ਦੇ ਵਿੱਚ ਫਿਰ ਪੈਸੇ ਸੱਕ ਜਿਹੜਾ ਲੈਂਦਾ, ਫਿਰ ਉਹ ਕਿੰਨੇ ਹਜ਼ਾਰ। ਮੈਂ ਤਾਂ ਪਹਿਲਾਂ ਸੁਣਦਾ ਹੁੰਦਾ ਸੀ 5-4 ਹਜ਼ਾਰ ਤੋਂ ਕੰਮ ਸ਼ੁਰੂ ਹੋਇਆ ਜੀ 4-5 ਸਾਲ ਪਹਿਲਾਂ, ਤੇ ਹੁਣ ਕਹਿੰਦੇ $40,000 $40,000। ਬਿਲਕੁਲ, $50,000। ਬਿਲਕੁਲ, ਉੱਥੇ ਫਿਰ ਸਾਡੇ ਬੰਦੇ ਐਕਸਪਲੋਇਟੇਸ਼ਨ ਕਰਦੇ ਹਰ ਪੱਖੋਂ। ਜਿਹੜੇ ਬੱਚੇ ਰਹਿ ਜਾਂਦੇ ਉਹ ਨਸ਼ਿਆਂ ਦੇ ਵਿੱਚ ਕਰੀ ਜਾਂਦੇ ਉਹਨਾਂ ਨੂੰ, ਵੀ ਤੂੰ ਆ ਗੇੜਾ ਲਾਇਆ, ਪੈਸੇ ਲੈ ਲਾ। ਕਿਉਂਕਿ ਇਹਦੇ ਵਿੱਚ ਇੱਕ ਪਿੱਛੇ ਜੇ ਹੁਣ ਠੀਕ ਆ, ਆਪਾਂ ਆਪਦੇ ਬੱਚਿਆਂ ਦੀ ਗੱਲ ਕਰਦੇ ਹਾਂ, ਬਹੁਤ ਅਸੀਂ ਬਹੁਤ ਧੂੜ
ਜਿਹਨੂੰ ਆਪਾਂ ਕਹਿੰਦੇ ਸੋਸ਼ਲ ਮੀਡੀਆ ਤੇ ਪੱਟੀ ਪਈ ਹੈ। ਪਰ ਪਿੱਛੇ ਜੇ ਪ੍ਰੋਸਟੀਟਿਊਸ਼ਨ ਦੀ ਵੀ ਗੱਲ ਚੱਲੀ ਸੀ ਢਿੱਲੋਂ ਸਾਹਿਬ, ਉਹਦੇ ਵਿੱਚ ਵੀ ਇਹੀ ਸੀ ਕਿ ਜਿਹੜੀਆਂ ਬੱਚੀਆਂ ਨੂੰ, ਉਦੋਂ ਮੈਂ ਕਈ ਗੱਲ ਕੀਤੀ ਉੱਥੇ, ਮੈਂ ਉਦੋਂ ਕੈਨੇਡਾ ਗਿਆ ਸੀ, ਮੈਂ 2 ਲੜਕੇ ਕਹਿੰਦੇ ਜੀ ਸਾਨੂੰ ਇੰਨਾ ਕੁ ਪੈਸਾ ਜਿਹੜਾ ਉੱਥੇ, ਸਾਡੀ ਸਥਿਤੀ ਇੰਨੀ ਕੁ ਭੈੜੀ ਹੋ ਗਈ ਹੈ ਕਿ ਜਿਹੜੇ ਪੇਰੈਂਟਸ ਹੈ, ਕਿਉਂਕਿ ਉਹ ਬੜੀਆਂ ਮਾਰਜੀਨਲ ਫਾਰਮਰਸ ਜਿਹਨੂੰ ਆਪਾਂ ਕਹਿੰਦੇ ਉਹ ਗਈਆਂ ਸੀ, ਕਰਜ਼ਾ ਚੱਕ ਕੇ ਭੇਜਿਆ, ਜਿਵੇਂ ਭੇਜਿਆ ਵੀ ਕੁੜੀ ਨੂੰ ਇੱਕ ਵਾਰੀ ਬਾਹਰ ਭੇਜ ਦਿਓ, ਫਿਰ ਤੁਰੰਤ ਉਹੀ ਪੈਸੇ ਦੀ ਮੰਗ ਸ਼ੁਰੂ ਹੋ ਗਈ, ਭਾਈ ਕੁੜੀਏ ਤੂੰ ਪੈਸੇ ਨਹੀਂ ਭੇਜਦੀ, ਤੈਨੂੰ ਭੇਜਿਆ ਸੀ ਕਰਜ਼ਾ ਲਾਉਣਾ। ਹੁਣ ਇਹ ਤਾਂ ਵੇਖਦੇ ਨਹੀਂ ਵੀ ਉੱਥੇ ਕੰਮ ਕਿਵੇਂ ਮਿਲੂਗਾ ਇਹਨੂੰ, ਉੱਥੇ ਤਾਂ ਪੱਕਿਆਂ ਨੂੰ ਕੰਮ ਨਹੀਂ ਮਿਲਦੇ, ਤੇ ਫਿਰ ਗੱਲ ਕੀ ਹੋ ਗਈ, ਫਿਰ ਧੰਦਾ ਗਲਤ ਵੀ ਸ਼ੁਰੂ ਹੋ ਗਿਆ, ਕਈਆਂ ਨਾਲ ਧੱਕਾ ਹੋ ਗਿਆ। ਜੇ ਕਿਸੇ ਕੋਲ ਮਦਦ ਕਰਨਗੇ ਤਾਂ ਉਹਨਾਂ ਨੇ ਇਹ ਕੰਮ 'ਚ ਪਾ ਲਈਆਂ, ਕਿਉਂਕਿ ਤੁਸੀਂ ਵੀ ਸਿਆਣੇ ਹੋ, ਗੈਰ ਬੰਦਾ ਮਦਦ ਮੁਫਤ ਹੀ ਤਾਂ ਕਰਦਾ ਨਹੀਂ। ਬੜੀ ਸਥਿਤੀ ਜਿਹੜੀ ਹੈ ਨਾਜ਼ੁਕ ਹੈ ਇਹਦੇ ਵਿੱਚ ਆਪਣੇ ਆਪ ਸਾਡੇ ਸਮਾਜ ਨੂੰ। ਐਂਡ ਤੀਜੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ, ਮੈਂ ਇੱਕ ਉੱਥੋਂ ਦੇ ਪੁਲਿਸ ਅਫਸਰ ਦੀ ਗੱਲ ਸੁਣ ਰਿਹਾ ਸੀਗਾ, ਇੰਟਰਵਿਊ ਸੁਣ ਰਿਹਾ ਸੀ, ਪੰਜਾਬੀ ਸੀ, ਉਹ ਕਹਿੰਦਾ ਵੀ ਦੇਖੋ ਜਿਹੜੇ ਸਾਡੇ ਬੱਚੇ ਆਉਂਦੇ ਨੇ, ਕਿਤੇ ਤੁਸੀਂ ਇਹਨਾਂ ਦੀ ਮਦਦ ਕਰਨ ਦੀ ਸੋਚਿਆ, ਇੱਥੋਂ ਦੇ ਜੀਵਨ ਬਾਰੇ ਦੱਸਣ ਦੀ ਗੱਲ ਸੋਚਿਆ? ਇੰਨੇ ਵੱਡੇ ਵੱਡੇ ਸਾਡੇ ਗੁਰਦੁਆਰੇ ਆਏ ਸੀ, ਔਰਗਨਾਈਜੇਸ਼ਨ ਆਏ ਸੀ, ਇਹਨਾਂ ਬੱਚਿਆਂ ਦੀਆਂ ਕਿਤੇ ਕਲਾਸਾਂ ਸੋਸ਼ਲਾਈਜੇਸ਼ਨ ਕੀਤੀ ਇਹਨਾਂ ਦੀ? ਕਹਿੰਦਾ ਨਹੀਂ, ਇਹ ਕਹਿੰਦਾ ਪੁਲਿਸ ਦਾ ਕੰਮ ਥੋੜ੍ਹਾ ਜਿਹੜਾ ਇਹ ਚੀਜ਼ਾਂ ਕਰੇ। ਸੋ ਬਹੁਤ ਕੁਛ ਇਹਦੇ 'ਚ ਨਿਕਲ ਕੇ ਆਊਗਾ, ਅੱਗੇ ਵੀ ਹੈ। ਚਲੋ ਜੇ ਇਸ 'ਚੋਂ ਵੀ ਕੁਛ ਨਿਕਲ ਆਵੇ ਤਾਂ ਚੰਗੀ ਗੱਲ ਹੈ। ਢਿੱਲੋਂ ਸਾਹਿਬ, ਰਾਜਪੁਰੇ ਵਾਲੇ ਦਾ ਕੀ ਬਣਿਆ ਜੀ ਮਾਮਲਾ, ਜਿੱਥੇ ਕਹਿੰਦੇ ਕਿਸਾਨ ਪੁਲਿਸ ਨੇ ਫੜਦੇ ਸੀਗੇ, ਉਹ ਬੀਜੇਪੀ ਵਾਲੇ ਲੀਡਰ ਨਾਲ ਰੌਲਾ ਜਿਹਾ ਪਿਆ ਸੀ? ਨਹੀਂ, ਉਹ ਲੀਡਰ ਜਿਹੜਾ ਇੱਕ ਨਾਲ ਹੀ ਪਿਆ, ਰੌਲਾ ਤਾਂ ਵਾਹਵਾ ਪੈ ਗਿਆ ਸੀ ਜਦੋਂ ਉਹਨਾਂ, ਆਪਾਂ ਪਹਿਲਾਂ ਵੀ ਇਹਦੇ ਬਾਰੇ ਗੱਲ ਕੀਤੀ ਸੀਗੀ ਕਿ RSS ਤੇ BJP ਦਾ ਜਿਹੜਾ ਤੰਦੂਆ ਜਾਲ, ਹਾਂਜੀ, ਉਹ ਤੰਦੂਆ ਜਾਲ ਦੇ ਵਿੱਚ ਕਿਸਾਨੀ ਮੂਵਮੈਂਟ ਨੂੰ ਫਸਾ ਕੇ ਆਪਣਾ ਮਕਸਦ ਹਾਸਲ ਕਰਨਾ ਚਾਹੁੰਦੇ, ਤੇ ਸਾਨੂੰ ਬਚਣਾ ਚਾਹੀਦਾ, ਉਹਦੇ ਵਿੱਚ ਨਹੀਂ ਪੈਣਾ ਚਾਹੀਦਾ ਜੀ। ਖੈਰ ਉਸ ਦਿਨ ਜੋ ਕੁਝ ਹੋਇਆ, ਰਾਤ ਨੂੰ ਹਾਈ ਕੋਰਟ 'ਚ ਮਾਮਲਾ ਚਲਾ ਗਿਆ ਜੀ। ਹਾਈ ਕੋਰਟ ਦੇ ਦਖਲ ਤੋਂ ਬਾਅਦ ਉਹਨਾਂ ਬੰਦਿਆਂ ਨੂੰ ਰਿਲੀਜ਼ ਵੀ ਕਰਵਾਇਆ ਗਿਆ, ਛਡਾਇਆ ਵੀ ਗਿਆ, ਪੁਲਿਸ ਨੇ ਬਹੁਤ ਮੁਸ਼ੱਕਤ ਕੀਤੀ ਔਰ ਫਿਰ ਕੇਸ ਵੀ ਰਜਿਸਟਰ ਕੀਤੀ ਜੀ। ਕੇਸ ਰਜਿਸਟਰ ਕਰਨ ਤੋਂ ਬਾਅਦ ਹਾਈ ਕੋਰਟ ਨੇ ਜਵਾਬ ਮੰਗਿਆ, ਤੇ ਉੱਥੇ ਜਵਾਬ ਵੀ ਫਾਈਲ ਕੀਤਾ ਪੰਜਾਬ ਸਰਕਾਰ ਨੇ, ਪੁਲਿਸ ਨੇ ਫਾਈਲ ਕੀਤਾ, ਤੇ ਪੁਲਿਸ ਨੇ ਉੱਥੇ ਇਹ ਗੱਲ ਵੀ ਕਹੀ ਹੈ ਕਿ BJP ਦੇ ਲੀਡਰਾਂ ਨੇ ਸਾਨੂੰ ਇਨਫੋਰਮ ਨਹੀਂ ਸੀ ਕੀਤਾ ਕਿ ਰਾਜਪੁਰੇ ਅਸੀਂ ਫਲਾਂ ਜਗ੍ਹਾ ਦੇ ਉੱਤੇ ਮੀਟਿੰਗ ਕਰਨੀ ਹੈ। ਪਰ ਜਦੋਂ ਇਹ ਮੀਟਿੰਗ ਕਰਨ ਵਾਸਤੇ ਗਏ ਤੇ ਸਾਨੂੰ ਪਤਾ ਲੱਗਿਆ ਕਿ ਕਿਸਾਨ ਇਕੱਠੇ ਹੋ ਰਹੇ ਤੇ ਇਹਨਾਂ ਦਾ ਵਿਰੋਧ ਕਰਨ ਵਾਸਤੇ। ਫਿਰ ਉਹ ਕਹਿੰਦੇ ਅਸੀਂ ਆਪਣੇ ਪੱਧਰ ਦੇ ਉੱਤੇ ਉਹਨਾਂ ਦਾ ਪ੍ਰਬੰਧ ਕੀਤਾ ਕਿ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਵੇ, ਉਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜੀ। ਉਹਨਾਂ ਦੀ ਪਹਿਲੀ ਮੀਟਿੰਗ ਚੰਗੇ ਵਧੀਆ ਤਰੀਕੇ ਨਾਲ ਹੋ ਗਈ ਸੀ, ਤੇ ਉਹਨਾਂ ਨੂੰ ਕਿਹਾ ਵੀ ਤੁਹਾਡੀ ਮੀਟਿੰਗ ਹੋ ਗਈ ਤੇ ਹੁਣ ਤੁਸੀਂ ਜਾਓ। ਉਹਨਾਂ ਨੇ ਕਿਹਾ ਮੀਟਿੰਗ ਇੱਕ ਹੋਰ ਕਰਨੀ, ਅਸੀਂ ਉਹ ਰੋਕਿਆ ਜੀ। ਔਰ ਰੋਕਣ ਦੇ ਬਾਵਜੂਦ ਉਹ ਬੰਦੇ ਰੁਕੇ ਨਹੀਂ, ਔਰ ਉਹਨਾਂ ਨੇ ਇੱਕ ਕਿਸਮ ਦਾ ਮਤਲਬ ਬਾਜਾਂ ਮਾਰੀਆਂ ਕਿ ਆਓ ਸਾਡੇ ਨਾਲ ਮੈਨ ਹੈਂਡਲਿੰਗ ਕਰੋ, ਪ੍ਰਵੋਕ ਕੀਤਾ ਕਿਸਾਨਾਂ ਨੂੰ, ਪੁੱਠਾ ਸਿੱਧਾ ਵੀ ਬੋਲਿਆ, ਤੇ ਕਿਸਾਨਾਂ ਨੂੰ ਪੁੱਠਾ ਸਿੱਧਾ ਬੋਲਣ ਦਾ ਨਤੀਜਾ ਇਹ ਹੋਇਆ ਕਿ ਸਥਿਤੀ ਇਸ ਹੱਦ ਤੱਕ ਵਿਗੜ ਗਈ। ਚਲੋ ਹਾਈ ਕੋਰਟ ਦਾ ਹੁਕਮ ਸੀ, ਕੇਸ ਰਜਿਸਟਰ ਹੋ ਗਏ। ਕੇਸ ਰਜਿਸਟਰ ਹੋਣ ਤੋਂ ਬਾਅਦ ਪੁਲਿਸ ਨੇ ਹਾਈ ਕੋਰਟ ਨੂੰ ਵੀ ਜਵਾਬ ਦੇਣਾ ਸੀ। 9 ਬੰਦੇ ਉਹਨਾਂ ਨੇ ਹਿਰਾਸਤ ਵਿੱਚ ਲੈ ਲਏ ਜੀ। ਅਜੇ ਮੇਰਾ ਖਿਆਲ ਹੈ ਉਹਨਾਂ ਦੀ ਅਰੈਸਟ ਨਹੀਂ ਸੀ ਪਈ। ਹਿਰਾਸਤ ਵਿੱਚ ਜਦੋਂ ਲੈ ਲਏ ਤੇ ਫਿਰ ਜੰਗਲ ਦੀ ਅੱਗ ਵਾਂਗੂ ਇਹ ਖਬਰ ਜਿਹੜੀ ਹੈ ਰਾਜਪੁਰੇ ਦੇ ਇਲਾਕੇ 'ਚ ਫੈਲ ਗਈ। ਪਿੰਡਾਂ ਦੇ ਪਿੰਡ ਟਰਾਲੀਆਂ ਦੀਆਂ ਟਰਾਲੀਆਂ ਭਰ ਕੇ ਆ ਗਈਆਂ, ਗਗਨ ਚੌਕ ਦੇ ਵਿੱਚ ਆ ਕੇ ਧਰਨਾ ਲਾਤਾ ਜੀ। ਉਹ ਧਰਨਾ ਜਿਹੜਾ ਸੀ ਬਠਿੰਡਾ ਔਰ ਤੁਹਾਡਾ ਚੰਡੀਗੜ੍ਹ ਰੋਡ ਰੁਕ ਗਈ। ਫਿਰ ਉਹਨਾਂ ਨੇ ਅੰਮ੍ਰਿਤਸਰ ਦਿੱਲੀ ਰੋਡ ਵੀ ਰੋਕਤੀ ਜੀ। ਪੂਰੀ ਤਰ੍ਹਾਂ ਜਦੋਂ ਜਾਮ ਲੱਗ ਗਿਆ ਤਾਂ ਫਿਰ ਕਈ ਕਿਲੋਮੀਟਰ 10-10 20 ਕਿਲੋਮੀਟਰ ਤੱਕ ਲੰਬੀਆਂ ਲਾਈਨਾਂ ਲੱਗੀਆਂ, ਹਜ਼ਾਰਾਂ ਗੱਡੀਆਂ ਉਧਰ ਖੜੀਆਂ, ਹਜ਼ਾਰਾਂ ਉਧਰ ਖੜੀਆਂ। ਫਿਰ ਪੁਲਿਸ ਨੇ ਬਦਲਵੇਂ ਰਾਹ ਜਿਹੜੇ ਹੈਗੇ ਤਲਾਸ਼ੇ ਕਿ ਪਿੰਡਾਂ ਵੀ ਦੀ ਕੱਢ ਦਿਓ। ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਪਿੰਡਾਂ ਵੀ ਦੀ ਜਾਣ ਲੱਗ ਗਏ, ਉਹਨਾਂ ਨੇ ਜਾ ਕੇ ਉਹ ਰਾਹ ਵੀ ਘੇਰ ਲਏ। ਅਖੀਰ ਕੱਲ੍ਹ ਸ਼ਾਮ ਨੂੰ ਮੀਟਿੰਗ ਹੋਈ ਸੀਨੀਅਰ ਪੁਲਿਸ ਅਫਸਰਾਂ ਦੀ। ਉਹਨਾਂ ਨੇ ਕਿਹਾ ਜੀ ਆਪਾਂ ਗੱਲ ਕਰੀਏ। ਕਿਸਾਨਾਂ ਨੇ ਕਿਹਾ ਸਾਨੂੰ ਤੁਹਾਡੇ ਤੇ ਇਤਬਾਰ ਨਹੀਂ ਜੀ। ਕਿਸਾਨਾਂ ਨੇ ਫਿਰ ਇੱਕ ਕਮੇਟੀ ਬਣਾਈ ਕਿ ਕਮੇਟੀ ਗੱਲ ਕਰੂਗੀ। ਕਮੇਟੀ ਨੇ ਜਾ ਕੇ ਗੱਲ ਕੀਤੀ। ਕਮੇਟੀ ਨੂੰ ਇਹ ਕਹਿਤਾ ਕਿ ਜਦੋਂ ਤੱਕ ਤੁਹਾਡੀ ਤਸੱਲੀ ਨਾ ਹੋਵੇ ਤੁਸੀਂ ਸਾਡੇ ਨਾਲ ਗੱਲ ਨਹੀਂ ਕਰਨੀ। ਅਖੀਰ ਕਮੇਟੀ ਨੂੰ ਉਹਨਾਂ ਨੇ ਹੈਂਡਓਵਰ ਕਰਤਾ, ਜਿਹੜੇ ਬੰਦੇ 9 ਫੜੇ ਸੀ ਕਿ ਆਹ ਲਓ ਜੀ 9 ਬੰਦੇ ਤੇ ਤੁਸੀਂ ਇਹਨਾਂ ਨੂੰ ਲੈ ਜਾਓ। ਉਹਨਾਂ ਨੂੰ ਲਿਆਉਣ ਤੋਂ ਬਾਅਦ ਉਹਨਾਂ ਨੇ ਉਹਨਾਂ ਦੇ ਘਰੋਂ ਘਰੀ ਪਹੁੰਚਾ ਕੇ ਜਾਂ ਕਿਸੇ ਥਾਂ ਦੇ ਉੱਤੇ ਪਹੁੰਚਾ ਕੇ ਕਮੇਟੀ ਨੇ ਆ ਕੇ ਅਨਾਊਂਸ ਕੀਤਾ ਕਿ ਆਪਣੇ ਜਿਹੜੇ ਹੈਗੇ ਬੰਦੇ ਜਿਹੜੇ ਉਹਨਾਂ ਨੇ ਹਿਰਾਸਤ 'ਚ ਲਏ ਸੀ ਉਹਨਾਂ ਨੂੰ ਛੱਡਤਾ। ਔਰ ਛੱਡਣ ਤੋਂ ਬਾਅਦ ਉਹਨਾਂ ਨੇ ਉਹ ਧਰਨਾ ਚੱਕਤਾ। ਚੰਗੀ ਗੱਲ ਹੋਈ ਕਿਉਂਕਿ ਜਿਹਨਾਂ ਲੋਕਾਂ ਨੇ ਦਿੱਲੀ ਤੋਂ ਅੰਮ੍ਰਿਤਸਰ ਨੂੰ ਆਉਣਾ, ਇਹਨਾਂ ਰਸਤਿਆਂ 'ਤੇ ਆਉਣਾ, ਬੱਚੇ ਛੋਟੇ ਔਰਤਾਂ, ਬੜਾ ਮੁਸ਼ਕਿਲ ਹਾਲ ਹੁੰਦੀ ਹੈ। ਮੈਂ ਕਹਿੰਦਾ ਜੇ ਵੱਡਾ ਬੰਦਾ ਵੀ ਹੋਵੇ ਕੋਈ, ਜਦੋਂ ਤੁਹਾਡੀ ਯਾਤਰਾ ਦੇ ਵਿੱਚ ਅਣਕਿਆਸਿਆ ਅੜਿੱਕਾ ਖੜਾ ਹੋ ਜੇ, ਉਦੋਂ ਬੰਦੇ ਦੀ ਹਾਲਤ ਕੀ ਹੁੰਦੀ ਹੈ। ਤੁਸੀਂ ਕਿਸੇ ਨੇ ਪੇਸ਼ੀ 'ਤੇ ਜਾਣਾ, ਕਿਸੇ ਨੇ ਡਾਕਟਰ ਕੋਲ ਜਾਣਾ, ਕਿਸੇ ਨੇ ਕੋਈ ਹੋਰ ਕੰਮ ਧੰਦੇ ਜਾਣੇ। ਅੱਜ ਦੀ ਲਾਈਫ ਜਿਹੜੀ ਹੈਗੀ ਹੈ ਭੱਜ ਦੌੜ ਵਾਲੀ ਲਾਈਫ ਹੈਗੀ, ਕਿਸੇ ਕੋਲ ਟਾਈਮ ਨਹੀਂ ਹੈਗਾ, ਉਹ ਬੰਦੇ ਡਿਸਟਰਬ ਹੁੰਦੇ। ਵਧੀਆ ਹੋਇਆ ਇਹਦੇ ਨਾਲ ਹੀ ਆਪਾਂ ਦੇਖੀਏ ਤਾਂ ਇੱਕ ਥਾਂ ਤੇ ਨਹੀਂ ਹੋਇਆ। ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਰਾਜਪੁਰਾ ਤੋਂ ਕੋਈ ਸਬਕ ਨਹੀਂ ਸਿੱਖਿਆ ਜੀ। ਇਹ ਵੀ ਹੁਣ ਗੱਲਾਂ ਕਹੀਆਂ ਜਾ ਰਹੀਆਂ ਜੀ, ਜਿਵੇਂ ਤੁਸੀਂ ਦੇਖੋ ਜੋਗੀ
ਆਦਿੱਤਿਆਨਾਥ ਦਾ ਆ ਗਿਆ ਕਿ ਅੰਦੋਲਨ ਫੇਲ ਹੋ ਗਿਆ, ਚਲੋ ਚੱਕੋ ਆਪਦੇ ਘਰਾਂ ਨੂੰ ਚੱਲੋ। ਕੁਝ ਲੋਕਾਂ ਨੇ ਕਹਿਤਾ ਜੀ ਪਾਰਾਮਿਲਟਰੀ ਫੋਰਸ ਲਾ ਦਿਓ। ਹੂੰ। ਤੁਸੀਂ ਦੇਖਿਆ ਹੋਣਾ ਬੰਗਾਲ ਦੇ ਵਿੱਚ ਇਹ ਕੁਝ ਹੋਇਆ ਸੀ ਜੀ। ਬੰਗਾਲ ਦੀਆਂ ਜਦੋਂ ਚੋਣਾਂ ਹੋਈਆਂ ਤੇ ਉਹਨਾਂ ਚੋਣਾਂ ਦੇ ਵਿੱਚ ਚਲੋ ਉੱਥੇ ਵਾਇਲੈਂਸ ਹੋਣ ਲੱਗੀ, ਸੈਂਟਰ ਵਾਲਿਆਂ ਨੇ ਇੱਕ ਨਵੀਂ ਪਿਰਤ ਪਾ ਦਿੱਤੀ। ਬੰਗਾਲ ਦੇ ਜਿਹੜੇ MLA ਚੁਣੇ ਗਏ ਉਹਨਾਂ ਨੂੰ ਹਦਾਇਤ ਬੰਗਾਲ ਦੀ ਸਰਕਾਰ ਨੂੰ ਨਹੀਂ ਕੀਤੀ ਕਿ ਇਹਨਾਂ ਨੂੰ ਸਿਕਿਉਰਿਟੀ ਪ੍ਰੋਵਾਈਡ ਕਰੋ, ਸਗੋਂ ਸੈਂਟਰ ਵਾਲਿਆਂ ਨੇ ਆਪਣੇ ਪੱਧਰ ਦੇ ਉੱਤੇ CRP BSF ਦੀ ਸਿਕਿਉਰਿਟੀ ਉਹਨਾਂ ਨੂੰ ਪ੍ਰੋਵਾਈਡ ਕਰਵਾਤੀ। ਜਿਹੜੇ 77 ਬੰਦੇ ਉਹਨਾਂ ਦੇ ਦਿੱਤੇ ਸੀ ਜਦੋਂ ਪ੍ਰੋਵਾਈਡ ਕਰਵਾਤੀ ਤੇ ਉਹੀ ਹਾਲਾਤ ਉਹ ਹੁਣ ਇੱਥੇ ਬਣਾਉਣਾ ਚਾਹੁੰਦੇ। ਇੱਥੇ ਵੀ ਹੁਣ ਇਹ ਗੱਲਾਂ ਹੋਣ ਲੱਗ ਗਈਆਂ ਕਿ ਜੀ ਪੰਜਾਬ ਦੇ ਵਿੱਚ ਪੁਲਿਸ ਫੇਲ ਹੋ ਗਈ ਹੈ, ਪੰਜਾਬ ਸਰਕਾਰ ਫੇਲ ਹੋ ਗਈ ਹੈ। ਮਦਨ ਮੋਹਨ ਮਿੱਤਲ ਨੇ ਕਿਹਾ, ਸੀਨੀਅਰ ਬੰਦਾ ਹੈ, ਕਹਿੰਦੇ ਜੀ ਇਹਨੂੰ ਤਾਂ ਰਾਸ਼ਟਰਪਤੀ ਰਾਜ ਹੀ ਰਹਿ ਗਿਆ ਇੱਥੇ ਇੱਕ। ਇਹਨਾਂ ਲੋਕਾਂ ਨੂੰ ਫੜੋ ਜੀ, ਉੱਥੇ CRP ਲਾ ਦਿਓ ਤੇ BSF ਲਾ ਦਿਓ। ਮੇਰਾ ਇੱਕ ਸਵਾਲ ਹੈ ਕਿ CRP BSF 1977-78 ਤੋਂ ਲੈ ਕੇ 92-93 ਤੱਕ ਰਹੀ ਹੈ। ਪੰਜਾਬ ਨੂੰ ਕਿਹੜੇ ਹਾਲਾਤ ਦੇਖਣੇ ਪਏ? ਤੁਸੀਂ ਪ੍ਰਵੋਕ ਨਾ ਕਰੋ। ਦਾਨੀਆਲ ਸਾਹਿਬ ਮੇਰੇ ਜਦੋਂ ਮੈਂ ਪ੍ਰੋਵੋਕੇਸ਼ਨ ਦੀ ਗੱਲ ਦੇਖਣਾ, ਪ੍ਰੋਵੋਕੇਸ਼ਨ ਹੋਈ ਕਿੱਥੋਂ ਸੀ? ਤੁਸੀਂ ਉਹ ਟਾਈਮ ਯਾਦ ਕਰੋ ਜਦੋਂ ਅੰਮ੍ਰਿਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਬਣਾਉਣ ਦੀ ਡਿਮਾਂਡ ਸ਼ੁਰੂ ਹੋਈ ਸੀ। ਉਦੋਂ ਕੰਮ ਸ਼ੁਰੂ ਹੋਇਆ, ਉਦੋਂ ਡਿਮਾਂਡ ਸ਼ੁਰੂ ਹੋਈ ਸੀ। ਉਦੋਂ ਹੋਇਆ ਕੀ ਸੀ? ਸਿਰਗਟਾਂ ਤੇ ਬੱਤੀਆਂ ਲੈ ਕੇ ਸ਼ਹਿਰ ਦੇ ਵਿੱਚ ਜਲੂਸ ਕੱਢਿਆ ਗਿਆ ਸੀ। ਸ਼੍ਰੀ ਹਰਮੰਦਰ ਸਾਹਿਬ ਦਾ ਜਿਹੜਾ ਮਾਡਲਾ ਨੂੰ ਤੋੜਿਆ ਭੰਨਿਆ ਗਿਆ, ਸਟੇਸ਼ਨ ਤੇ ਤੋੜਿਆ ਗਿਆ, ਠੀਕ ਹੈ। ਉੱਥੇ ਸਿਗਰਟਾਂ ਸਿੱਟੀਆਂ ਗਈਆਂ ਤੇ ਥੋੜੇ ਸਮੇਂ ਬਾਅਦ ਜਿਸ ਬੰਦੇ ਨੇ ਉਹਨਾਂ ਦੀ ਅਗਵਾਈ ਕੀਤੀ ਸੀ ਉਹਦਾ ਨਾਂ ਸੀ ਹਰਬੰਸ ਲਾਲ ਖੰਨਾ। ਹਰਬੰਸ ਲਾਲ ਖੰਨਾ ਦਾ ਫਿਰ ਕਤਲ ਵੀ ਹੋਇਆ ਸੀ। ਉਹਦੀ ਯਾਦ ਦੇ ਵਿੱਚ ਉੱਥੇ ਖੰਨਾ ਸਮਾਰਕ ਵੀ ਬਣਿਆ ਹੋਇਆ ਔਰ ਉਸ ਸਮਾਰਕ ਦਾ ਜਦੋਂ ਉਦਘਾਟਨ ਕੀਤਾ ਸਾਡੇ ਪੰਥ ਰਤਨ ਵੀ ਉਹਦੇ ਵਿੱਚ ਸੀਗੇ ਉਸ ਉਦਘਾਟਨੀ ਸਮਾਗਮ ਦੇ ਵਿੱਚ। ਉਦੋਂ ਤੋਂ ਗੱਲ ਸ਼ੁਰੂ ਹੋਈ ਤੇ ਤੁਸੀਂ ਜਾ ਕੇ ਗੱਲ ਦੇਖੋ ਕੀ ਹੋਇਆ ਉਹਦੇ ਨਾਲ, ਕਿੱਥੇ ਗਈ। ਉਹਦੇ ਨਾਲ ਇੱਕ ਪ੍ਰਧਾਨ ਮੰਤਰੀ ਦੀ ਡੈਥ ਹੋਈ, ਇੱਕ ਮੁੱਖ ਮੰਤਰੀ ਦੀ ਹੋਈ ਸੀ। ਮੇਰਾ ਖਿਆਲ ਹੈ ਵੀ 10,000 ਲੋਕ ਮਾਰੇ ਗਏ। ਅੱਜ ਤੱਕ ਅਸੀਂ ਉਸ ਜਿਹੜਾ ਹੈਗਾ ਸੰਤਾਪ ਨੂੰ ਹੰਢਾ ਰਹੇ। ਪੰਜਾਬ ਦੇ ਸਿਰ ਜਿਹੜਾ ਇੰਨਾ ਕਰਜ਼ਾ ਚੜਿਆ ਹੋਇਆ, ਪੰਜਾਬ ਦੀ ਜਿਹੜੀ ਦੁਰਦਸ਼ਾ ਹੋਈ ਹੈ, ਇਹ ਉੱਥੋਂ ਸ਼ੁਰੂ ਹੋਈ ਸੀ। ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਸੋਚਣਾ ਚਾਹੀਦਾ, RSS ਵਾਲਿਆਂ ਨੂੰ ਸੋਚਣਾ ਚਾਹੀਦਾ ਕਿ ਇੱਕ ਛੋਟੇ ਫਾਇਦੇ ਦੀ ਖਾਤਰ ਤੁਸੀਂ ਇਸ ਸਰਹੱਦੀ ਸੂਬੇ ਨੂੰ ਅੱਗ ਦੇ ਹਵਾਲੇ ਨਾ ਕਰੋ, ਅੱਗ ਦੀਆਂ ਲਾਟਾਂ 'ਚ ਨਾ ਸੁੱਟੋ, ਲੇਕਿਨ ਸੁੱਟਣ ਤੇ ਤੁਲੇ ਹੋਏ। ਇਹ ਜਦੋਂ ਉੱਥੇ ਗੱਲ ਹੋਈ, ਚਲੋ ਰਾਜਪੁਰੇ ਵਾਲੀ ਤਾਂ ਛੁੱਟਾ ਛਟਾਈ ਹੋ ਗਈ। ਕੱਲ ਫਿਰ ਵੱਖ-ਵੱਖ ਕਹਿੰਦੇ ਜੀ ਫਲਾਣੇ DSP ਨੂੰ, ਆਪਣਾ SSP ਨੂੰ ਸੀ ਮੈਮੋਰੰਡਮ ਦੇਣਾ ਤੇ ਕਿਹਨੂੰ ਦੇਣਾ। ਕੱਲ ਸੰਗਰੂਰ ਵੀ ਇਹੀ ਗੱਲ ਹੋ ਗਈ। ਪਰਸੋਂ ਬਠਿੰਡੇ ਹੋਈ ਸੀ ਜੀ। ਬਠਿੰਡੇ ਜਦੋਂ ਇਕੱਠੇ ਹੋ ਗਏ ਤੇ ਕਿਸਾਨਾਂ ਨੂੰ ਪਤਾ ਲੱਗ ਗਿਆ, ਕਿਸਾਨਾਂ ਨੇ ਆ ਕੇ ਘੇਰਾ ਪਾ ਲਿਆ ਕਿ ਨਾਲੇ ਤੁਸੀਂ ਸਾਨੂੰ ਪੁੱਠਾ ਸਿੱਧਾ ਬੋਲਦੇ ਹੋ, ਨਾਲੇ ਸਾਡੇ ਖਿਲਾਫ ਮੈਮੋਰੰਡਮ ਦੇਣੇ ਹੋ। ਇਹ ਕੀ? ਕੱਲ ਸੰਗਰੂਰ ਵਾਲੀ ਗੱਲ ਹੋ ਗਈ। ਸੰਗਰੂਰ ਦੇ ਵਿੱਚ ਇਹ ਹੋਇਆ, ਕਿਸਾਨਾਂ ਨੂੰ ਪਤਾ ਲੱਗ ਗਿਆ। ਪੁਲਿਸ ਲਾਈਨ ਦੇ 2 ਗੇਟ ਉਹਨਾਂ ਨੇ ਟਰਾਲੀਆਂ ਲਾਤੀਆਂ, ਜਾ ਕੇ ਰੋਕਤੀਆਂ। ਕੁਛ ਲੋਕ ਤਾਂ ਪਹਿਲਾਂ ਨਿਕਲ ਗਏ ਸੀ ਭਾਰਤੀ ਜਨਤਾ ਪਾਰਟੀ ਦੇ, ਕੁਛ ਅੰਦਰ ਰਹਿ ਗਏ। ਉਹਦਾ ਪੁਲਿਸ ਨੇ ਸਿਆਣਪ ਕੀਤੀ ਕਿ ਗੁਰੂ ਘਰ ਵਾਲਾ ਰਸਤਾ ਜਿਹੜਾ ਇੱਕ ਅਲੱਗ ਬਣਿਆ ਹੋਇਆ। ਪੁਲਿਸ ਲਾਈਨ ਤੁਸੀਂ ਵੇਖੀ ਹੋਣੀ, ਉੱਥੋਂ ਦੀ ਗੁਰੂ ਘਰ ਵਾਲਾ ਅਲੱਗ ਰਸਤਾ ਅਲੱਗ ਸੀ, ਉੱਥੋਂ ਦੀ ਕੱਢਿਆ ਉਹਨਾਂ ਨੂੰ। ਇਹ ਮਤਲਬ ਜਿਹੜੀ ਹੈਗੀ ਹੈ ਹਾਲਾਤ ਨੂੰ ਜਾਣ ਬੁੱਝ ਕੇ ਖਰਾਬ ਕਰਨ ਵਾਲੇ ਪਾਸੇ ਲੈ ਕੇ ਜਾ ਰਹੇ। ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮਾਈ ਕੰਟਰੀ ਐਂਡ ਮਾਈ ਲਾਈਫ ਜਿਹੜੀ ਕਿਤਾਬ ਲਿਖੀ ਅਡਵਾਨੀ ਨੇ, ਉਹਦੇ ਵਿੱਚ ਵੀ ਉਹਨੇ ਲਿਖਿਆ ਕਿ ਇੰਦਰਾ ਗਾਂਧੀ ਆਪਰੇਸ਼ਨ ਬਲੂ ਸਟਾਰ ਕਰਨਾ ਨਹੀਂ ਚਾਹੁੰਦੀ, ਅਸੀਂ ਕਰਵਾਇਆ ਸੀ। ਇਹਦਾ ਮਤਲਬ ਹੈ ਕਿ ਹੁਣ ਵੀ ਤੁਸੀਂ ਕਾਰਪੋਰੇਟਰਾਂ ਦੀ ਖਾਤਰ, ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਪਹੁੰਚਾਉਣ ਵਾਸਤੇ ਪੰਜਾਬ ਨੂੰ ਫੇਰ ਮੁੜ ਕੇ ਤੁਸੀਂ ਜਿਹੜੀ ਹੈਗੀ ਬਲਦੀ ਦੇ ਬੂਥੇ ਸੁੱਟ ਰਹੇ ਹੋ। ਇਹ ਤੋਂ ਬਚਣਾ ਚਾਹੀਦਾ, ਇਹ ਤੋਂ ਬਚਣਾ ਚਾਹੀਦਾ। ਚਲੋ ਬੰਦੇ ਰਿਹਾ ਹੋ ਗਏ, ਕੁਛ ਵੀ ਹੈ। ਨਾਲ ਅਸੀਂ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕਰਾਂਗੇ, ਕਿਸਾਨ ਲੀਡਰਸ਼ਿਪ ਨੂੰ ਵੀ ਬੇਨਤੀ ਕਰਾਂਗੇ ਕਿ ਜਿਹੜਾ ਤੰਦੂਆ ਜਾਲ ਬੁਣ ਰਹੇ ਹੈ ਨਾ, ਤੁਹਾਨੂੰ ਫਸਾਉਣ ਵਾਸਤੇ, ਤੁਹਾਡੇ ਮੂਵਮੈਂਟ ਨੂੰ ਖਤਮ ਕਰਨ ਵਾਸਤੇ, ਕਿਉਂਕਿ ਇਸ ਮੂਵਮੈਂਟ ਦੀ ਖੂਬਸੂਰਤੀ ਇਹੀ ਹੈ। ਜੇ ਦੁਨੀਆ ਦੇ ਵਿੱਚ ਇਸ ਮੂਵਮੈਂਟ ਦੀ ਬੱਲੇ ਬੱਲੇ ਹੋ ਰਹੀ ਹੈ ਤਾਂ ਉਹ ਹੈ ਕਿ ਇੰਨਾ ਲੰਬਾ ਸਮਾਂ ਸ਼ਾਂਤੀਪੂਰਵਕ ਅੰਦੋਲਨ ਚੱਲ ਰਿਹਾ ਤੇ ਇਹਨੂੰ ਸ਼ਾਂਤੀਪੂਰਵਕ ਹੀ ਰਹਿਣ ਦਿਓ। ਤੁਸੀਂ ਉਹਨਾਂ ਦੀਆਂ ਚਾਲਾਂ ਚ ਨਾ ਹੋ। ਉਹ ਜਾਣ ਬੁੱਝ ਕੇ ਇੱਕ ਪ੍ਰਯੋਗਸ਼ਾਲਾ ਦੇ ਰੂਪ ਦੇ ਵਿੱਚ ਪੰਜਾਬ ਦੇ ਵਿੱਚ 1978 ਤੋਂ ਲੈ ਕੇ 92-93 ਤੱਕ ਜੋ ਕੁਛ ਹੈ, ਦੁਬਾਰਾ ਫਿਰ ਉਸੇ ਪ੍ਰਯੋਗ ਦੇ ਵਿੱਚ ਉਹ ਪੰਜਾਬ ਨੂੰ ਪਾਉਣਾ ਚਾਹੁੰਦੇ, ਤਾਂ ਕਿ ਇਸ ਮੁੱਦੇ ਦੇ ਉੱਤੇ ਫਿਰ ਮੁੜ ਕੇ ਤੁਸੀਂ ਪੋਲਰਾਈਜ਼ ਕਰੋ। ਹੁਣ ਤੁਸੀਂ ਯਾਦ ਕਰੋ 1984 ਦੇ ਵਿੱਚ ਆਪਰੇਸ਼ਨ ਬਲੂ ਸਟਾਰ ਹੋਇਆ ਜੀ। ਉਸ ਤੋਂ ਬਾਅਦ ਇੰਦਰਾ ਗਾਂਧੀ ਦਾ ਕਤਲ ਹੋ ਜਾਂਦਾ ਹੈ। ਇੰਦਰਾ ਗਾਂਧੀ ਦੇ ਕਤਲ ਹੋਣ ਤੋਂ ਬਾਅਦ ਜਿਹੜਾ ਇਲੈਕਸ਼ਨ ਹੁੰਦਾ ਹੈ ਜੀ, ਉਸ ਇਲੈਕਸ਼ਨ ਦੇ ਵਿੱਚ ਪੂਰੀ ਪੋਲਰਾਈਜੇਸ਼ਨ ਹੋ ਗਈ ਸੀ। ਬਿਲਕੁਲ ਮੇਰਾ ਖਿਆਲ ਹੈ ਵੀ 400 ਤੋਂ ਉੱਪਰ ਸੀਟਾਂ ਜਿਹੜੀਆਂ ਰਾਜੀਵ ਗਾਂਧੀ ਨੂੰ ਆ ਗਈਆਂ ਸੀ, ਉਹਨੀਆਂ ਅੱਜ ਤੱਕ ਇਹਨਾਂ ਨੂੰ ਨਹੀਂ ਆਈਆਂ। ਜਿਹੜੀਆਂ ਆਈਆਂ ਸੀ ਪੋਲਰਾਈਜੇਸ਼ਨ, ਮਤਲਬ ਉਸੇ ਢੰਗ ਦੇ ਨਾਲ ਪੰਜਾਬ ਨੂੰ ਫਿਰ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਉਧਰ ਨੂੰ ਕਰਨਾ ਚਾਹੁੰਦੇ। ਇੱਥੋਂ ਦੇ ਪ੍ਰਯੋਗਸ਼ਾਲਾ ਖੋਲ ਲਈ ਨਾ, ਤਖਤੇ ਖੋਲ ਲਏ, ਬਿਲਕੁਲ ਸ਼ੀਸ਼ੀਆਂ ਦੇ ਢੱਕਣ ਝਾੜ ਲਏ, ਬਿਲਕੁਲ ਜੀ। ਸੋ ਇਹ ਵਿੱਚੋਂ ਗੈਸ ਕੀ ਨਿਕਲਣੀ ਹੈ ਤੇ ਗੈਸ ਇਹ ਨਹੀਂ ਪਤਾ ਵੀ ਕਿਹਨੇ ਬਰਬਾਦ ਹੋਣਾ, ਕਿਹਨੇ ਇੰਦਰਾ ਗਾਂਧੀ ਨੂੰ ਨਹੀਂ ਇਸ ਗੱਲ ਦਾ ਪਤਾ ਸੀ ਕਿ ਮੈਂ ਜੇ BJP ਦੇ ਕਹਿੰਦੇ ਉੱਤੇ ਆਪਰੇਸ਼ਨ ਬਲੂ ਸਟਾਰ ਕਰਦੀ ਹਾਂ, ਜਿਹੜਾ ਕਿ ਅਡਵਾਨੀ ਕਹਿੰਦਾ ਕਿ ਅਸੀਂ ਕਰਵਾਇਆ, ਉਹਨੂੰ ਉਦੋਂ ਇੰਦਰਾ ਗਾਂਧੀ ਤਾਂ ਨਹੀਂ ਪਤਾ ਸੀ। ਚਲੋ ਸਾਹਿਬ, ਕਾਂਗਰਸ ਦਾ ਤੇ ਇੱਥੇ ਇੱਕ BJP ਦਾ ਇੱਕ ਬਹੁਤ ਵੱਡਾ ਫਰਕ ਜਿਹੜਾ ਮੈਂ ਸਿੱਧੇ ਤੌਰ ਦੇ ਉੱਤੇ ਕਹਿ ਦਿੰਦਾ, ਕਾਂਗਰਸ ਦਾ ਜਿਹੜਾ ਵਰਕਰ ਸੀ ਨਾ, ਉਹ ਇੱਕ ਧਰਮ ਨਾਲ ਜੁੜਿਆ ਹੋ ਕੇ ਮਤਸਵੀ ਨਹੀਂ ਸੀਗਾ, ਕੱਟੜ ਨਹੀਂ ਸੀ।
ਇੱਥੇ ਜਿਹੜੇ ਇਹਨਾਂ ਦੇ ਵਰਕਰ ਨੇ ਨਾ, ਉਹ ਹਿੰਦੂਤਵ ਏਜੰਡੇ ਦੇ ਉੱਤੇ, ਪੋਲੀਟੀਕਲ ਏਜੰਡੇ ਦੇ ਨਾਲੋਂ ਜ਼ਿਆਦਾ ਹਿੰਦੂਤਵ ਏਜੰਡੇ ਧਾਰਮਿਕ ਏਜੰਡੇ ਨੂੰ ਦੇ ਉੱਤੇ ਜ਼ਿਆਦਾ ਤਰਜੀਹ ਦੇ ਰਹੇ ਆ। ਜਦੋਂ ਤੁਸੀਂ ਧਾਰਮਿਕ ਏਜੰਡਾ ਜਿਹਦਾ ਹੀ ਮਰਜ਼ੀ ਹੋਵੇ, ABCD ਜਿਹਦਾ ਵੀ ਮਰਜ਼ੀ ਹੈ, ਉਦੋਂ ਬੜਾ ਖਤਰਨਾਕ ਹੋ ਜਾਂਦਾ। ਕਾਂਗਰਸ ਪਾਰਟੀ ਨੇ ਉਸ ਮੁੱਦੇ ਨੂੰ ਸਿਰਫ ਤੇ ਸਿਰਫ ਲਾਂਡ, ਜਿਹੜਾ ਪੋਲੀਟੀਕਲ ਤੇ ਧਾਰਮਿਕ ਮੁੱਦਾ ਸੀ, ਉਹਨਾਂ ਨੇ ਲਾਂਡ ਆਰਡਰ ਦੇ ਤੌਰ ਦੇ ਉੱਤੇ ਜਿਹੜਾ ਉਹਦੇ ਨਾਲ ਨਿਪਟਿਆ। ਇਹ ਜਿਹੜਾ ਹੈਗਾ, ਜਿਹੜਾ ਲੋਕਾਂ ਦੀਆਂ ਡਿਮਾਂਡਸ ਹੈ, ਜਾਇਜ਼ ਡਿਮਾਂਡਸ ਹੈ, ਕਿਸਾਨਾਂ ਦੀਆਂ ਜਾਇਜ਼ ਡਿਮਾਂਡਸ ਹੈ, ਉਹਨੂੰ ਇਹ ਧਾਰਮਿਕ ਬਣਾ ਰਹੇ, ਡੇ ਵਨ ਤੋਂ ਧਾਰਮਿਕ ਬਣਾ ਰਹੇ। ਇਹਦਾ ਮਸਲਾ ਕੀ ਹੈ, ਹਰੇਕ ਥਾਂ ਦੇ ਉੱਤੇ ਜਿੱਥੇ ਪੋਲੀਟੀਕਲ ਮਸਲਾ ਹੁੰਦਾ ਉੱਥੇ ਵੀ ਧਾਰਮਿਕ, ਉੱਥੇ ਵੀ ਹਿੰਦੂ ਸਿੱਖ, ਬਾਹਰ ਹਿੰਦੂ ਮੁਸਲਿਮ। ਹੁਣ ਪਿੱਛੇ ਜੇ ਕਹਿੰਦਾ ਹੀ ਦੇਖੋ, ਜਦੋਂ ਦੀ BJP ਦੀ ਸਰਕਾਰ ਹੈ, ਕਈ ਥਾਵਾਂ ਦੇ ਉੱਤੇ ਜਿਹੜੇ ਹਿੰਦੂ ਮੁਸਲਿਮ, ਜਿਹੜੇ ਖਾਸ ਕਰਕੇ ਗੁਜਰਾਤ ਦਾ ਬੜਾ ਵੱਡਾ ਐਗਜ਼ਾਮਪਲ ਦੇ ਰਹੇ ਨੇ ਕਿ ਗੁਜਰਾਤ 'ਚ ਦੇਖੋ ਹਿੰਦੂ ਮੁਸਲਿਮ ਦੰਗੇ ਹੀ ਨਹੀਂ ਹੋਏ। ਤੇ ਇਹਦਾ ਮਤਲਬ ਪਹਿਲਾਂ ਕੌਣ ਕਰਾਉਂਦਾ ਸੀ ਫਿਰ ਇਸ ਕਰਕੇ ਹੁਣ ਹਕੂਮਤਾਂ ਨੂੰ ਲੋੜ ਨਹੀਂ ਦੰਗਿਆਂ ਦੀ। ਪਹਿਲਾਂ ਦੰਗੇ ਤਾਂ ਕਰਵਾਏ ਜਾ ਰਹੇ ਸੀ, ਹਕੂਮਤ ਨੇ ਸੀ ਹਕੂਮਤ ਨੂੰ ਬਰਕਰਾਰ ਆਉਣਾ ਸੀ ਜਾਂ ਲੈ ਕੇ ਆਉਣਾ ਸੀ। ਸੋ ਨਾਲ ਦੀ ਨਾਲ ਢਿੱਲੋਂ ਸਾਹਿਬ, ਹੁਣ ਗੱਲ ਕਰੀਏ ਜੋ ਸਾਰੇ ਮਾਮਲੇ ਦੇ ਵਿੱਚ, ਅੱਜ ਮੈਂ ਪੜ੍ਹ ਰਿਹਾ ਸੀਗਾ ਕਿ ਕੱਲ੍ਹ ਬਿਆਨ ਆਇਆ ਕਿ ਕਹਿੰਦੇ ਚਰਚਾ ਖੜੀ ਹੋ ਗਈ ਕਿ SIT ਨੇ ਰਾਮ ਰਹੀਮ ਦਾ ਨਾਂ ਜਿਹੜਾ ਹੈ ਉਹ ਕੱਢਤਾ, ਚਲਾਨ ਪੇਸ਼ ਹੋਇਆ। ਜਥੇਦਾਰ ਸਾਹਿਬ ਕਾਫੀ ਔਖੇ ਹੋ ਗਏ, ਉਹਨਾਂ ਨੇ ਬਿਆਨ ਦੇ ਦਿੱਤਾ। SIT ਦੇ IG ਪਰਮਾਰ ਦਾ ਇਸ ਦੇ ਉੱਤੇ ਸਪਸ਼ਟੀਕਰਨ ਵੀ ਆ ਗਿਆ। ਕੈਪਟਨ ਨੇ ਫੇਰ ਬੰਦੂਕਾਂ ਜਿਹੜੀਆਂ ਬਾਦਲਾਂ ਕੰਨੀ ਸਿੱਧੀਆਂ ਕਰ ਲਈਆਂ ਨੇ। ਨਹੀਂ, SIT ਬਾਰੇ ਤਾਂ ਅਜੇ ਤੱਕ ਮੈਨੂੰ ਪਤਾ ਨਹੀਂ, ਮੈਂ ਖਬਰ ਪੜ੍ਹੀ ਨਹੀਂ। ਲੇਕਿਨ ਜਿਹੜੀਆਂ ਕੈਪਟਨ ਨੇ ਬੰਦੂਕਾਂ ਬਾਦਲ ਕਹਿ ਕੇ ਨਹੀਂ ਖੜੀਆਂ ਕੀਤੀਆਂ, ਹੋਰ ਮੁੱਦੇ ਤੇ ਖੜੀਆਂ ਕੀਤੀਆਂ। ਉਹਨੇ ਕਿਹਾ ਕਿ ਅਸੀਂ ਭੁੱਲੇ ਨਹੀਂ ਤੇ ਸਾਨੂੰ ਭੁੱਲਣਾ ਵੀ ਨਹੀਂ ਚਾਹੀਦਾ। ਕੀ ਕੀਤਾ ਉਹਨੇ 3 ਜਿਹੜੇ ਹੈਗੇ ਵੀਡੀਓ ਜਾਰੀ ਕੀਤੇ ਜੀ। ਇੱਕ ਵੀਡੀਓ ਬੀਬੀ ਹਰਸਿਮਰਤ ਕੌਰ ਬਾਦਲ ਦਾ, ਦੂਜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਤੀਜਾ ਪ੍ਰਕਾਸ਼ ਸਿੰਘ ਬਾਦਲ ਦਾ। ਕਾਹਦੇ ਨਾਲ ਸੰਬੰਧਿਤ ਹੈ? ਖੇਤੀਬਾੜੀ ਜਿਹੜੇ ਆਰਡੀਨੈਂਸ ਜਾਰੀ ਕੀਤੇ ਸੀ ਉਹਨਾਂ ਨਾਲ ਸੰਬੰਧਿਤ ਹੈ। ਜਦੋਂ ਤਿੰਨੇ ਜਾਣੇ ਪੂਰੀ ਤਰ੍ਹਾਂ ਇਹ ਗੱਲ ਕਹਿੰਦੇ ਸੀ ਇਹ ਕਾਨੂੰਨ ਕਿਸਾਨ ਪੱਖੀ ਹੈ। ਸੁਖਬੀਰ ਸਿੰਘ ਬਾਦਲ ਦੀ ਤਾਂ ਜਿਹੜੀ ਵੀਡੀਓ ਜਾਰੀ ਕੀਤੀ ਉਹਦੇ ਵਿੱਚ ਕਹਿੰਦੇ ਵੀ ਇਹ ਜਿਹੜੀ ਹੈਗਾ ਕਿਸਾਨਾਂ ਦੀ ਭਲਾਈ ਵਾਸਤੇ ਜੀ, ਕਿਸਾਨ ਵੈਲਫੇਅਰ ਜਿਹੜੇ ਐਕਟ ਬਣਾਏ ਹੋਏ ਕਹਿੰਦੇ ਇਹਦੇ ਵਿੱਚ ਇਹ ਲਿਖਿਆ ਹੋਇਆ ਹੈ। ਉਹਨਾਂ ਨੇ ਪੂਰਾ ਜ਼ੋਰ ਲਾਇਆ ਸੀ, ਬਾਅਦ ਦੇ ਵਿੱਚੋਂ ਬਾਹਰ ਆ ਗਏ। ਉਹਨੇ ਕਿਹਾ ਕਿਉਂ? ਕੈਪਟਨ ਅਮਰਿੰਦਰ ਸਿੰਘ ਨੇ ਦਾ ਕਾਰਨ ਇਹ ਹੈ ਕਿ 2 ਦਿਨ ਪਹਿਲਾਂ ਭਗਵੰਤ ਸਿੰਘ ਮਾਨ ਨੇ ਇੱਕ ਬਿਆਨ ਦਿੱਤਾ ਜੀ। ਉਹ ਕਹਿੰਦਾ ਵੀ ITI ਰਾਹੀਂ ਅਸੀਂ ਇਨਫੋਰਮੇਸ਼ਨ ਹਾਸਲ ਕੀਤੀ ਹੈ ਕਿ ਜਿਹੜੀਆਂ ਬਿਜਲੀ ਕੰਪਨੀਆਂ ਜਿਨ੍ਹਾਂ ਦੇ ਕੋਲ ਪੰਜਾਬ ਦੇ ਬਿਜਲੀ ਦੇ ਠੇਕੇ ਹੈ, ਇਹਨਾਂ ਬਿਜਲੀ ਕੰਪਨੀਆਂ ਨੇ ਕਾਂਗਰਸ ਪਾਰਟੀ ਨੂੰ ਚੰਦਾ ਦਿੱਤਾ ਸੀ ਜੀ, ਤੇ ਚੰਦਾ ਵੀ ਬੜਾ ਮੋਟਾ ਦਿੱਤਾ ਹੈ। ਔਰ ਕਾਂਗਰਸ ਪਾਰਟੀ ਦਾ ਜਿਹੜਾ ਉਹ ਚੰਦਾ ਹੈ, ਉਸ ਚੰਦੇ ਦੇ ਚੱਲਦਿਆਂ ਹੋਇਆ ਭਾਵੇਂ ਭਗਵੰਤ ਮਾਨ ਕਹੀ ਜਾਵੇ, ਭਾਵੇਂ ਕੇਂਦਰ ਵਾਲੇ ਕਹੀ ਜਾਣ, 18 ਸੂਤਰੀ ਪ੍ਰੋਗਰਾਮ ਦੇ ਦਿੱਤਾ। ਇਹ ਜਿਹੜੇ ਆਪਣੇ ਬਿਜਲੀ ਨਾਲ ਸੰਬੰਧਿਤ ਉਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰ ਰਹੇ ਜੀ। ਕਈ ਵਾਰੀ ਇਹ ਗੱਲ ਆ ਗਈ ਹੈ ਕਿ ਜਿਹੜੇ ਖੇਤੀ ਨਾਲ ਆਪਣੇ ਬਿਜਲੀ ਨਾਲ ਸੰਬੰਧਿਤ ਕਾਨੂੰਨ ਬਣੇ, ਇਹਨਾਂ ਕਾਨੂੰਨਾਂ ਦੀ ਜਿਹੜੀ ਹੈਗੀ ਹੈ ਵੈਲਿਡਿਟੀ ਉਹ 25 ਸਾਲ ਰੱਖੀ ਵੀ ਹੈ ਜੀ। ਔਰ ਇਹਦੇ ਵਿੱਚ ਕੁਝ ਅਜਿਹੇ ਮਤਲਬ ਪ੍ਰਬੰਧ ਕੀਤੇ, ਅਜਿਹੀਆਂ ਸ਼ਰਤਾਂ ਮੰਨੀਆਂ ਵੀ ਹੈ ਕਿ ਉਹਦੇ 'ਚ ਪੰਜਾਬ ਦੇ ਹੱਥ ਖੜੇ ਹੈ। ਪੰਜਾਬ ਕੁਛ ਨਹੀਂ ਕਰ ਸਕਦਾ। ਵੱਧ ਤੋਂ ਵੱਧ ਜੇ ਇੱਕ ਸਰਕਾਰ ਨੇ ਕੋਈ ਫੈਸਲਾ ਕੀਤਾ ਵਾ, ਦੂਜੀ ਸਰਕਾਰ ਉਹਨੂੰ ਉਲਟਾਉਂਦੀ ਹੈ ਤੇ ਉਹ ਨਾਲ ਦੀ ਨਾਲ ਕੋਰਟ ਚਲੇ ਜਾਣਗੇ ਤੇ ਕੋਰਟ ਉਸ ਸਟੇ ਦੇ ਦਿੰਦੀ ਹੈ। ਇਹ ਗੱਲਾਂ ਕਾਨੂੰਨਦਾਨ ਵੀ ਕਹਿ ਰਹੇ ਆ। ਇਹ ਗੱਲ ਤਾਂ ਸੁਖਬੀਰ ਸਿੰਘ ਬਾਦਲ ਨੇ ਵੀ ਕਹਿਤੀ ਹੈ ਵੀ ਜੇ ਕੈਪਟਨ ਦੇ ਵਿੱਚ ਪਹੁੰਚੇ ਤਾਂ ਫਿਰ ਰੱਦ ਕਰਕੇ ਦਿਖਾਵੇ। ਅਕਾਲੀ ਵਾਰ ਇਹ ਗੱਲ ਕਹਿ ਰਹੇ ਕਿ ਰੱਦ ਕਰਕੇ ਦਿਖਾਵੇ। ਰੱਦ ਹੋ ਨਹੀਂ ਸਕਦੇ। ਰੱਦ ਜਿੰਨਾ ਹੈਗਾ ਵੀ ਦਾੜੀ ਨਾਲ ਮੁੱਛਾਂ ਵੱਜ ਜਾਣਗੀਆਂ। ਜੇ ਤੁਸੀਂ ਰੱਦ ਕਰਨ ਵਾਲੇ ਪਾਸੇ ਪੈ ਗਏ ਤਾਂ ਜਿਹੜਾ ਪੈਸਾ ਪਹਿਲਾਂ ਦਿੱਤਾ ਉਹਦਾ ਦਿੱਤਾ ਹੀ ਦਿੱਤਾ, ਮੁੜ ਕੇ ਤੁਹਾਡੀ ਜਿਹੜੀ ਲਿਟੀਗੇਸ਼ਨ ਦੇ ਉੱਤੇ ਪੈਸਾ ਹੋਰ ਵੀ ਜ਼ਿਆਦਾ ਲੱਗਣੇ ਤੇ ਹੱਥ ਪੱਲੇ ਤੁਹਾਡੇ ਕੁਛ ਪੈਣਾ ਨਹੀਂ। ਜੋ ਕੁਛ ਭਗਵੰਤ ਮਾਨ ਨੇ ਕਿਹਾ ਤੇ ਉਹੀ ਅਕਾਲੀ ਦਲ ਨੇ ਕਹਿਤਾ। ਵੇਖੋ ਜੀ, ਇਹ ਤਾਂ ਕਹਿੰਦੇ ਕਰਨਗੇ ਬਿਜਲੀ ਕੰਪਨੀਆਂ ਤੋਂ ਪੈਸੇ ਨਹੀਂ ਲੈ ਲਈ। ਗਜਬ ਸਾਈਂ ਦਾ ਦੇਖੋ ਯਾਰ, ਬਿਜਲੀ ਸਮਝੌਤੇ ਕਿਹੜੀ ਸਰਕਾਰ ਨੇ ਕੀਤੇ? ਬਾਦਲ ਸਰਕਾਰ ਨੇ। ਪ੍ਰਕਾਸ਼ ਸਿੰਘ ਬਾਦਲ ਉਹਦਾ ਮੁੱਖ ਮੰਤਰੀ ਸੀ, ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ। ਇਹਨਾਂ ਦੇ ਦੌਰ ਦੇ ਵਿੱਚ ਉਹ ਸਮਝੌਤੇ ਹੋਏ ਆ 2007 ਤੋਂ ਲੈ ਕੇ 2017 ਦੇ ਦੌਰ 'ਚ ਜੀ। ਜੇ ਆਪਾਂ ਕਹਿ ਦਈਏ 10 ਤੋਂ ਸ਼ੁਰੂ ਹੋਇਆ ਕੰਮ, 12-13 ਤੱਕ ਉਹ ਸਮਝੌਤੇ ਚੱਲੇ। ਉਹ ਕਹਿੰਦੇ ਜੀ ਕਾਂਗਰਸ ਵਾਲਿਆਂ ਨੇ ਪੈਸੇ ਲਏ ਆ ਤੇ ਤਾਂ ਇਹਨਾਂ ਸਮਝੌਤਿਆਂ ਨੂੰ ਰੱਦ ਨਹੀਂ ਕਰਦੇ। ਕੈਪਟਨ ਅਮਰਿੰਦਰ ਸਿੰਘ ਨੇ ਹੁਣ ਸਾਰੀ ਗੱਲ ਸਾਫ਼ ਕਰਤੀ। ਉਹਨੇ ਕਿਹਾ ਕਾਂਗਰਸ ਪਾਰਟੀ ਨੂੰ ਬਿਜਲੀ ਕੰਪਨੀਆਂ ਨੇ ਚੰਦਾ ਦਿੱਤਾ ਹੈ ਪਰ ਉਹ ਪੰਜਾਬ ਵਾਲਿਆਂ ਨੂੰ ਨਹੀਂ ਦਿੱਤਾ। ਉਹ ਦਿੱਤਾ ਹੈ ਜਿਹੜੀ ਥੋੜੀ ਕੇਂਦਰੀ ਹਾਈ ਕਮਾਂਡ ਔਰ ਉਹ ਪੈਸਾ 1 ਨੰਬਰ ਦੇ ਵਿੱਚ ਦਿੱਤਾ। ਉਹਨਾਂ ਨੇ ਪੈਸਾ ਜਮ੍ਹਾਂ ਕਰਾਇਆ। ਇੱਕ ਤਾਂ 2009 ਦੇ ਵਿੱਚ ਦਿੱਤਾ ਹੈ ਚੰਦਾ, ਦੂਜਾ ਦਿੱਤਾ 2014 'ਚ। 2009 ਦੇ ਵਿੱਚ ਵੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ, 2014 'ਚ ਵੀ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਸੀ। ਇਹ ਆਪਾਂ ਨੂੰ ਸਾਰੀ ਦੁਨੀਆ ਨੂੰ ਪਤਾ ਹੈ ਕਿ ਜਿਹੜੇ ਕਾਰਪੋਰੇਟ ਘਰਾਣੇ ਹੈ
ਜਿਹਦਾ ਰਾਜ ਭਾਗ ਹੁੰਦਾ ਚੰਦਾ ਉਹਨੂੰ ਵੀ ਦਿੰਦੇ ਆ, ਜਿਹੜੇ ਆਪੋਜੀਸ਼ਨ 'ਚ ਹੁੰਦੇ ਆ ਚੰਦਾ ਉਹਨੂੰ ਵੀ ਦਿੰਦੇ ਆ। ਰਾਜ ਭਾਗ ਵਾਲੇ ਨੂੰ 21 ਦੇ ਦਿੰਦੇ ਤੇ ਦੂਜੇ ਨੂੰ 19 ਦੇ ਦਿੰਦੇ, ਕਿਉਂਕਿ ਉਹ ਗੁੰਜਾਇਸ਼ ਰੱਖਦੇ ਕਿ ਕੱਲ ਨੂੰ ਇਹਨਾਂ ਨੇ ਵੀ ਆਉਣਾ, ਇਹਨਾਂ ਨੂੰ ਹੁਣੇ ਆਪਾਂ ਠੰਡੇ ਕਰ ਲਈਏ। ਉਹਨਾਂ ਨੇ ਉਹ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਕਹਿੰਦਾ ਵੀ ਮੇਰੀ ਸਰਕਾਰ ਤਾਂ 2017 'ਚ ਆਈ ਹੈ ਜੀ, ਸਾਡਾ ਤਾਂ ਲਾਗਾ ਦੇਗਾ ਹੀ ਕੋਈ ਨਹੀਂ। ਪੰਜਾਬ ਦੀ ਕਾਂਗਰਸ ਨੇ, ਪੰਜਾਬ ਦੀ ਸਰਕਾਰ ਨੇ 1 ਰੁਪਿਆ ਨਹੀਂ ਇਹਨਾਂ ਤੋਂ ਲਿਆ ਜੀ। ਪਰ ਅਗਲੀ ਗੱਲ ਉਹਨਾਂ ਨੇ ਹੋਰ ਗੱਲ ਕਹਿਤੀ, ਉਹ ਕਹਿੰਦੇ ਜੀ ਸੁਖਵੀਰ ਸਿੰਘ ਤੁਹਾਡੇ ਦੌਰ ਦੇ ਵਿੱਚ ਤੁਸੀਂ ਬਿਜਲੀ ਕੰਪਨੀਆਂ ਤੋਂ 100 ਕਰੋੜ ਰੁਪਇਆ ਲਿਆ। ਅੱਛਾ ਜੀ, 100 ਕਰੋੜ ਰੁਪਇਆ ਤੁਸੀਂ ਲਿਆ ਤੇ ਤੁਸੀਂ ਦਿਖਾ ਕਿੰਨੇ ਰਹੇ ਹੋ? 13 ਕਰੋੜ ਰੁਪਇਆ। ਅੱਛਾ। ਔਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਹਿੰਦੇ ਆ ਵੀ ਅਰਵਿੰਦ ਕੇਜਰੀਵਾਲ ਸਾਹਿਬ ਤੁਹਾਡੇ ਖਿਲਾਫ ਈਡੀ ਨੇ ਜਿਹੜੇ ਹੈਗੇ ਇਨਕੁਆਇਰੀਆਂ ਸ਼ੁਰੂ ਕੀਤੀਆਂ ਹੋਈਆਂ, ਕੇਸ ਦਰਜ ਕੀਤੇ ਹੋਏ। 50 ਲੱਖ ਰੁਪਏ ਦੇ 4 ਚੈੱਕ ਜਿਹੜੇ ਆਏ ਸੀ ਤੁਹਾਡੇ ਕੋਲੇ, ਉਹ ਕਿਹੜੀਆਂ ਕੰਪਨੀਆਂ ਤੋਂ ਆਏ ਜੀ? ਔਰ ਨਾਲ ਉਹਨੇ ਦੁਬਾਰਾ ਕਹਿਤਾ ਕਿ ਤੁਸੀਂ ਦੋਨੇ ਪਾਰਟੀਆਂ ਵਾਲੇ ਕਿਰਪਾ ਕਰਕੇ ਐਲਾਨ ਕਰੋ ਕਿ ਜਿਹੜੇ ਤੁਹਾਡੇ ਕੋਲੇ ਪੈਸੇ ਆਏ ਆ ਕੰਪਨੀਆਂ ਦੇ, ਉਹ ਦੱਸੋ ਕਿੰਨੇ ਕਿੰਨੇ ਆਏ। ਇਹ ਸਾਡੀ ਸਥਿਤੀ ਹੈ। ਮਤਲਬ ਇੱਕ ਦੂਜੇ ਦੇ ਖਿਲਾਫ ਪੂਰੀ ਇਸ ਤਰ੍ਹਾਂ ਮਤਲਬ ਜਿਹੜੀ ਹੈ ਚਾਂਦਮਾਰੀ ਹੋ ਰਹੀ ਹੈ ਜੀ। ਲੇਕਿਨ ਚਾਂਦਮਾਰੀ ਦੇ ਵਿੱਚ ਜਿਹੜੀ ਕੈਪਟਨ ਅਮਰਿੰਦਰ ਸਿੰਘ ਨੇ ਖੇਤੀ ਕਾਨੂੰਨਾਂ ਨਾਲ ਕੱਢ ਕੇ ਜਿਹੜਾ ਉਹ ਵਧਾਣੀ ਸੱਟ ਮਾਰੀ ਹੈ, ਉਹਦਾ ਹੁਣ ਸਹੀ ਜਵਾਬ ਤਾਂ ਹੈ ਨਹੀਂ, ਉਸ ਗੱਲ ਤੋਂ ਤਾਂ ਮੁੱਕਰ ਨਹੀਂ ਸਕਦੇ ਜੀ। ਸੁਖਵੀਰ ਸਿੰਘ ਬਾਦਲ ਨੇ ਹੁਣ ਉਹਦਾ ਹੋਰ ਜਵਾਬ ਦਿੱਤਾ ਹੈ। ਉਹਨੇ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਪੁਰਾਣਾ ਟਵੀਟ ਕੱਢ ਲਿਆ। ਅੱਛਾ। ਕਿ ਚੋਣਾਂ ਤੋਂ ਪਹਿਲਾਂ ਤੂੰ ਕਹਿੰਦਾ ਸੀ ਕਰਜ਼ਾ ਮਾਫ ਕਰੂੰਗਾ, ਕਰਤਾ ਕਰਜ਼ਾ ਮਾਫ? ਉਹਨੇ ਕਰਜ਼ਾ ਮਾਫ ਕਰਨ ਦੀ ਗੱਲ ਕਹੀ ਸੀ, ਕਰਜ਼ਾ ਮਾਫ ਨਹੀਂ ਕੀਤਾ, ਜੋ ਉਹਨੇ ਕੀਤਾ ਭਰੂਗਾ। ਉਹਦਾ ਹਿਸਾਬ ਕਿਤਾਬ ਤਾਂ ਲੋਕ ਲੈਣਗੇ। ਪਰ ਤੁਸੀਂ ਇਸ ਗੱਲ ਦਾ ਹਿਸਾਬ ਵੀ ਭਾਈ ਤੁਸੀਂ ਤਾਂ ਆਰਡੀਨੈਂਸਾਂ ਦੀ ਹਮਾਇਤ ਕਰਦੇ ਸੀ, ਤੇ ਹੁਣ ਤੁਸੀਂ ਕਹਿੰਦੇ ਹੋ ਵੀ ਜਦੋਂ ਸਾਡੀ ਸਰਕਾਰ ਆ ਗਈ, ਜਿਹੜੇ ਬੰਦੇ ਸ਼ਹੀਦ ਹੋਏ ਆ ਬਾਰਡਰਾਂ 'ਤੇ, ਅਸੀਂ ਉਹਨਾਂ ਨੂੰ ਮੁਆਵਜ਼ਾ ਵੀ ਦੇਵਾਂਗੇ, ਅਸੀਂ ਨੌਕਰੀਆਂ ਵੀ ਦੇਵਾਂਗੇ, ਉਹਨਾਂ ਦੇ ਬੱਚਿਆਂ ਦੀ ਪੋਸਟ ਗ੍ਰੈਜੂਏਸ਼ਨ ਤੱਕ ਪੜ੍ਹਾਈ ਦਾ ਵੀ ਗੱਲ ਕਰਾਂਗੇ, ਉਹਨਾਂ ਨੂੰ ਹੈਲਥ ਜਿਹੜੀ ਹੈਗੀ ਹੈ ਇੰਸ਼ੋਰੈਂਸ ਵੀ ਦੇਵਾਂਗੇ ਸਾਰੇ ਟੱਬਰਾਂ ਨੂੰ। ਇਹ ਸਾਰਾ ਕੁਝ ਕਰਦਾ, ਪਰ ਗੱਲ ਹੈ ਮੁੱਢ ਦੇ ਵਿੱਚ ਤਾਂ ਤੁਸੀਂ ਇਹਦੀ ਹਮਾਇਤ ਕੀਤੀ, ਇਹਦਾ ਕੋਈ ਜਵਾਬ ਨਹੀਂ ਹੈ ਜੀ। ਸੋ ਕੈਲੀਫੋਰਨੀਆ ਦੇ ਵਿੱਚ ਜੇਕਰ ਤੁਹਾਨੂੰ ਕਿਸੇ ਪ੍ਰਕਾਰ ਦੀ ਇਮੀਗ੍ਰੇਸ਼ਨ ਅਸਿਸਟੈਂਸ ਚਾਹੀਦੀ ਹੈ ਤਾਂ ਗੁਰਸ਼ਰਨ ਸਿੰਘ ਸੇਖੋਂ ਹੋਰਾਂ ਨਾਲ 5102009988 ਤੇ ਤੁਸੀਂ ਕਾਲ ਕਰ ਸਕਦੇ ਹੋ। ਇਹ ਤੁਹਾਨੂੰ ਸਿਟੀਜ਼ਨਸ਼ਿਪ, ਵਰਕ ਪਰਮਿਟ, ਫੈਮਿਲੀ ਪਟੀਸ਼ਨਸ, OCI ਕਾਰਡ, ਇੰਡੀਅਨ ਪਾਸਪੋਰਟ ਤੇ ਐਮਰਜੈਂਸੀ ਵੀਜ਼ਾ, ਕੋਰਟ ਫਾਈਲਿੰਗ, ਨੋਟਰੀ ਪਬਲਿਕ ਦੇ ਉੱਤੇ ਤੁਹਾਨੂੰ ਇਹ ਅਸਿਸਟ ਕਰਦੇ ਨੇ। ਫੋਨ ਨੰਬਰ ਹੈ ਜੀ 5102009988 ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਸੈਟਲ ਜੋ ਓਨਰ ਆਪਰੇਟਰ ਤੇ ਡਰਾਈਵਰ ਲੋਕਲ ਏਰੀਆ ਜੌਬ ਦੇ ਲਈ ਹਾਇਰ ਕਰ ਰਹੀ ਹੈ ਜੀ ਗੁਰਵਿੰਦਰ ਸਿੰਘ ਢਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 2532666924 ਤੇ ਕਾਲ ਕਰ ਸਕਦੇ ਹੋ। ਜਿਹੜੇ ਵੀਰ ਸਾਡੇ ਨਾਲ ਇਸ ਵਕਤ ਰੇਡੀਓ ਪੰਜਾਬ ਟੂਡੇ ਦੇ ਫੇਸਬੁੱਕ ਪੇਜ ਅਤੇ YouTube ਚੈਨਲ ਦੇ ਉੱਤੇ ਜੁੜੇ ਨੇ, ਉਹਨਾਂ ਨੂੰ ਗੁਜ਼ਾਰਿਸ਼ ਹੈ ਕਿ ਹੇਠਾਂ ਕਮੈਂਟ ਜ਼ਰੂਰ ਕਰਿਆ ਕਰੋ, ਨਾਲ ਦੀ ਨਾਲ ਇਸ ਪੇਜ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ। ਟਰਾਂਸ ਕੈਨੇਡਾ ਚੱਲਣ ਵਾਲੇ ਟਰੱਕਰ ਵੀਰ ਇੱਕ ਨੰਬਰ ਨੋਟ ਕਰ ਲਓ ਜੀ, ਅਕਾਲ ਟਰੱਕ ਐਂਡ ਟ੍ਰੇਲਰ ਵਾਲੇ ਬਲਤੇਜ ਸਿੰਘ ਪਨੇਸਰ ਹੋਰਾਂ ਦਾ 2044592000 204 459 2000। ਇਹਨਾਂ ਦੀ ਜਿਹੜੀ ਟਰੱਕ ਸ਼ਾਪ ਹੈ ਜੀ, ਉਹ ਸੈਮੀ ਤੇ ਟ੍ਰੇਲਰ ਦੇ ਲਈ ਸਾਰੇ ਕੰਮ ਕਰਨ ਦੇ ਲਈ ਵਨ ਸਟਾਪ ਸ਼ਾਪ ਹੈ। ਇੱਥੇ ਤੁਹਾਨੂੰ ਪਾਰਕਿੰਗ, ਵਾਸ਼, ਕੁਇਕ ਟਰੱਕ ਲੀਵ ਦੇ ਨਾਲ DOT ਸੇਫਟੀ ਤੋਂ ਇਲਾਵਾ ਤਮਾਮ ਕੰਮ ਕਰਕੇ ਦਿੱਤੇ ਜਾਂਦੇ ਨੇ। ਕੈਲੀਫੋਰਨੀਆ ਦੇ ਵਿੱਚ ਜੇਕਰ ਤੁਸੀਂ ਕਿਸੇ ਪ੍ਰਕਾਰ ਦਾ ਬਿਜ਼ਨਸ ਜਾਂ ਪ੍ਰਾਪਰਟੀ ਲੈਣਾ ਚਾਹੁੰਦੇ ਹੋ ਤਾਂ ਜਤਿੰਦਰ ਸਿੰਘ ਤੂਰ ਹੋਰਾਂ ਨਾਲ 6617541722 ਤੇ ਕਾਲ ਕਰ ਸਕਦੇ ਹੋ। ਚਲੋ ਸਾਹਿਬ, ਅੱਗੇ ਗੱਲ ਕਰੀਏ ਤਾਂ ਸਿੱਧੂ ਦੀ ਪ੍ਰੈਸ਼ਰ ਪੋਲਿਟਿਕਸ ਦੇ ਉੱਤੇ। ਨਾਲ ਦੀ ਨਾਲ ਉਹਨਾਂ ਨੇ ਬੜਾ ਟਵੀਟ ਕੀਤਾ, ਬੜੀ ਚਰਚਾ ਹੋਈ ਕੱਲ੍ਹ ਕਿ ਮੇਰੇ ਵਿਜ਼ਨ ਨੂੰ ਆਮ ਆਦਮੀ ਪਾਰਟੀ ਬਹੁਤ ਚੰਗੀ ਤਰ੍ਹਾਂ ਨਾਲ ਪਛਾਣਦੀ ਹੈ। ਦੇਖੋ ਗੱਲ ਇਹ ਵੀ ਕੱਲ੍ਹ ਰਾਹੁਲ ਗਾਂਧੀ ਦੇ ਘਰੇ ਇੱਕ ਬੜੀ ਹਾਈ ਪਾਵਰ ਮੀਟਿੰਗ ਹੋਈ ਹੈ ਜੀ। ਉਸ ਮੀਟਿੰਗ ਦੇ ਵਿੱਚ ਰਾਹੁਲ ਗਾਂਧੀ ਸੀ, ਪ੍ਰਿੰਕਾ ਗਾਂਧੀ ਵਾਡਰਾ ਸੀ। ਸ਼ੁਰੂ ਦੇ ਵਿੱਚ ਇਹ ਆਇਆ ਸੀ ਕਿ ਮਿਸਟਰ ਬੇਨੂ ਗੋਪਾਲ ਜਿਹੜੇ ਇਹਨਾਂ ਦੇ ਸੈਕਟਰੀ ਹੈ, ਇੰਚਾਰਜ ਆਰਗੇਨਾਈਜੇਸ਼ਨ ਦੇ, ਉਹ ਸੀ, ਤੇ ਨਾਲ ਇਹ ਵੀ ਕਿਹਾ ਗਿਆ ਕਿ ਸ਼ਾਇਦ ਹਰੀਸ਼ ਰਾਵਤ ਵੀ ਸੀ ਜੀ, ਲੇਕਿਨ ਸੋਨੀਆ ਗਾਂਧੀ ਦਾ ਨਾਂ ਹੈ ਨਹੀਂ ਸੀ। ਅਸਲ ਦੇ ਵਿੱਚ ਸੋਨੀਆ ਗਾਂਧੀ ਵੀ ਸੀ। ਤੇ ਵੱਡੀ ਗੱਲ ਕੀ ਹੈ ਕਿ ਉਸ ਮੀਟਿੰਗ ਦੇ ਵਿੱਚ ਪ੍ਰਸ਼ਾਂਤ ਕਿਸ਼ੋਰ ਵੀ ਗਿਆ ਸੀ, ਪੋਲੀਟੀਕਲ ਸਟ੍ਰੈਟਜਿਸਟ ਜੀ, ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਐਡਵਾਈਜ਼ਰ ਵੀ ਹੈ ਪੰਜਾਬ ਦੇ ਵਿੱਚ। ਪੰਜਾਬ 'ਚੋਂ ਐਡਵਾਈਜ਼ਰ ਆ, ਤਨਖਾਹ ਭਾਵੇਂ ਨਹੀਂ ਲੈਂਦਾ, ਲੇਕਿਨ ਫੈਸਿਲਿਟੀ ਸਾਰੀਆਂ ਨੂੰ ਕੈਬਨਿਟ ਸਟਾਫ ਵੀ ਉਹਦੇ ਨਾਲ ਲੱਗਿਆ, ਰਿਹਾਇਸ਼ ਵੀ ਦਿੱਤੀ ਹੋਈ ਹੈ, ਸਾਰਾ ਕੁਛ। ਤਾਂ ਫਿਰ ਇੱਕ ਵੱਡੇ ਪੱਧਰ 'ਤੇ ਹੋ ਗਿਆ ਕਿ ਕੁਛ ਹੋਣ ਵਾਲਾ ਹੈ। ਉਹ ਤੋਂ ਪਹਿਲਾਂ ਹਰੀਸ਼ ਰਾਵਤ ਦੀ ਕੱਲ੍ਹ ਮਾਰਨਿੰਗ ਇੰਡੀਅਨ ਐਕਸਪ੍ਰੈਸ ਦੇ ਵਿੱਚ ਇੱਕ ਇੰਟਰਵਿਊ ਪ੍ਰਕਾਸ਼ਿਤ ਹੋ ਗਈ ਸੀ ਜੀ, ਜਿਹਦੇ ਵਿੱਚ ਉਹਨੇ ਕਿਹਾ ਕਿ ਬਹੁਤ ਜਲਦੀ ਜਿਹੜੀ ਹੈਗੀ ਹੈ ਪੰਜਾਬ ਨੂੰ ਨਵਾਂ ਪ੍ਰਧਾਨ ਮਿਲ ਰਿਹਾ ਕਾਂਗਰਸ ਪਾਰਟੀ ਵੱਲੋਂ ਜੀ,
ਅਗਲੀ ਗੱਲ ਵੀ ਉਹਨਾਂ ਨੇ ਕਹਿ ਦਿੱਤੀ ਸੀ ਕਿ ਇਹ ਰੀਸ਼ਫਲ ਵੀ ਹੋ ਰਹੀ ਹੈ ਤੇ ਇਸ਼ਾਰਾ ਵੀ ਕਰਤਾ ਸੀ ਕਿ ਬਾਲਮੀਕ ਭਾਈਚਾਰੇ ਦੇ ਵਿੱਚੋਂ ਇੱਕ ਬੰਦੇ ਨੂੰ ਕੈਬਨਿਟ ਦੇ ਵਿੱਚ ਵੀ ਲਿਆ ਜਾਊਗਾ ਜੀ। ਇਹ ਤੋਂ ਬਾਅਦ ਫਿਰ ਹੋ ਗਿਆ ਵੀ ਹੁਣ ਹੋਊਗਾ ਕੀ। ਤੇ ਇਮੀਡੀਏਟ ਫਿਰ ਇੱਕ ਜਿਹੜਾ ਹੈਗਾ ਟਵੀਟ ਆਉਂਦਾ ਹੈ ਨਵਜੋਤ ਸਿੰਘ ਸਿੱਧੂ ਹੋਰਾਂ ਦਾ। ਉਸ ਟਵੀਟ ਦੇ ਵਿੱਚੋਂ ਕਹਿੰਦੇ ਕਿ ਆਮ ਆਦਮੀ ਪਾਰਟੀ ਨੇ ਮੇਰੇ ਵਿਜ਼ਨ ਨੂੰ ਸਲਾਹਿਆ ਸੀ ਜੀ, ਮੇਰੇ ਵਿਜ਼ਨ ਨੂੰ ਉਹਨਾਂ ਨੇ ਸ਼ਨਾਖਤ ਦਿੱਤੀ ਹੈ, ਉਹਨਾਂ ਨੇ ਪਛਾਣਿਆ ਇਹਨੂੰ, ਇੱਕ ਕਿਸਮ ਦੀ ਹੈ ਵੀ ਮੈਨੂੰ ਸ਼ਾਬਾਸ਼ ਦਿੱਤੀ ਹੈ ਜੀ। ਉਹ ਉਹਨਾਂ ਦਾ ਵਿਜ਼ਨ ਕੀ ਸੀ, ਉਹਨਾਂ ਨੇ ਨਾਲ ਫਿਰ 2 ਹਵਾਲੇ ਦਿੱਤੇ ਹੈ। ਭਗਵੰਤ ਮਾਨ ਦੀ ਤਾਂ ਇੱਕ ਵੀਡੀਓ ਵੀ ਪਾਈ ਹੈ ਜੀ। ਜਦੋਂ 2017 ਦੇ ਵਿੱਚ ਰਾਜ ਸਭਾ ਦੀ ਮੈਂਬਰੀ ਤੋਂ ਅਸਤੀਫਾ ਦਿੱਤਾ ਹੈ ਨਵਜੋਤ ਸਿੰਘ ਸਿੱਧੂ ਨੇ ਜੀ, ਉਦੋਂ ਉਹਦੀ ਪ੍ਰੇਜ਼ ਕੀਤੀ ਸੀਗੀ ਸੰਜੇ ਸਿੰਘ ਨੇ, ਕਿਉਂਕਿ ਉਹਨੇ ਕਿਹਾ ਸੀਗਾ ਕਿ ਮੈਂ ਡਰੱਗਸ ਦੇ ਮਾਮਲੇ ਤੇ ਜੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਔਰ ਜਿਹੜਾ ਹੈਗਾ ਕਰਪਸ਼ਨ ਦੇ ਮਾਮਲੇ ਤੇ ਜੀ, ਇਹਨਾਂ ਸਾਰੇ ਮਾਮਲੇ ਤੇ ਬੇਰੁਜ਼ਗਾਰੀ ਤੇ ਕਿਸਾਨੀ ਮੁੱਦੇ ਨੂੰ ਲੈ ਕੇ ਸਾਰੇ ਮਾਮਲਿਆਂ ਤੇ ਮੈਂ ਹੁਣ ਪੰਜਾਬ ਦੀ ਸੇਵਾ ਕਰਨੀ ਚਾਹੁੰਦਾ ਜੀ। ਤੇ ਉਦੋਂ ਇਹ ਲੱਗਦਾ ਸੀ ਕਿ ਸ਼ਾਇਦ ਉਹ ਆਮ ਆਦਮੀ ਪਾਰਟੀ 'ਚ ਸ਼ਾਮਲ ਹੋ ਜਾਣ। ਕੇਜਰੀਵਾਲ ਨਾਲ ਉਹਨਾਂ ਦੀ ਮੀਟਿੰਗ ਵੀ ਹੋਈ ਪਰ ਉਹਨਾਂ ਦੀ ਗੱਲ ਸਿਰੇ ਨਹੀਂ ਚੜੀ। ਉਦੋਂ ਉਹਦੀ ਪ੍ਰੇਜ਼ ਕੀਤੀ ਸੀ ਸੰਜੇ ਸਿੰਘ ਨੇ। ਤੇ ਫਿਰ ਇੱਕ ਵੀਡੀਓ ਜਿਹੜੀ ਹੈਗੀ ਉਸ ਵੇਲੇ ਇੰਟਰਵਿਊ ਦਿੱਤੀ ਸੀਗੀ ਜਗਤਾਰ ਹੋਣੀ ਹੈ, ਮੇਰਾ ਖਿਆਲ ਹੈ ਜਗਤਾਰ ਭੁੱਲਰ ਨਾਲ ਹੀ ਗੱਲ ਕਰਦੇ ਸੀ ਨਵਜੋਤ ਆਪਣੇ ਭਗਵੰਤ ਸਿੰਘ ਮਾਨ ਜੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਉਹ ਤਾਂ ਇੱਕ ਹੀਰਾ ਹੈ, ਉਹ ਬਹੁਤ ਇਮਾਨਦਾਰ ਆਦਮੀ ਹੈ, ਡੈਮ ਕਿਹਾ ਉਹ ਡੈਮ ਓਨੈਸਟ ਹੈ। ਮੇਰਾ ਤਾਂ ਕਹਿੰਦੇ ਜੀ ਰੋਲ ਮਾਡਲ ਹੈ। ਅੱਛਾ ਜੀ। ਜਦੋਂ ਕਹਿੰਦੇ ਮੈਂ ਕਮੇਡੀ ਕਰਦਾ ਹੁੰਦਾ ਸੀ ਕਾਲਜ ਦੇ ਵਿੱਚ, ਮੇਰੇ ਤਾਂ ਜੱਜ ਹੁੰਦੇ ਸੀ ਤੇ ਜਦੋਂ ਕ੍ਰਿਕਟ ਖੇਡਦੇ ਹੁੰਦੇ ਸੀ ਕਹਿੰਦਾ ਮੈਚ ਉਹਨਾਂ ਦੇ ਮੈਚ ਦੇਖਦਾ ਹੁੰਦਾ ਸੀ ਜੀ। ਤੇ ਜੇ ਕਦੇ ਕਹਿੰਦੇ ਆਊਟ ਹੋ ਜਾਂਦੇ ਸਿੱਧੂ ਸਾਹਿਬ ਤੇ ਮੈਂ ਨਾਲ ਦੀ ਨਾਲ ਹੀ ਕਹਿੰਦਾ ਟੀਵੀ ਆਫ ਕਰ ਦਿੰਦਾ। ਇੰਨਾ ਉਦਾਸ ਹੋ ਜਾਂਦਾ ਸੀ ਵੀ ਜੇ ਸਾਡਾ ਬੰਦਾ ਤਾਂ ਆਊਟ ਹੀ ਹੋ ਗਿਆ ਯਾਰ ਆਪਾਂ ਦੂਜਿਆਂ ਨੂੰ ਕੀ ਦੇਖਣਾ। ਕਹਿੰਦਾ ਜੀ ਦੋਵਾਂ ਹੱਥਾਂ ਨਾਲ ਸਵਾਗਤ ਕਰਾਂਗੇ, ਸਾਡੀ ਪਾਰਟੀ 'ਚ ਆ ਤਾਂ ਜਾਣ ਜੀ। ਉਹ ਸਾਡੀ ਪਾਰਟੀ 'ਚ ਆਉਣ। ਜਿਹੜਾ ਉਹ ਗੱਲ ਉਹਨੇ ਕੀਤੀ, ਉਹਨੇ ਕਹਿੰਦਾ ਦੇਖੋ ਜੀ ਮੇਰੇ ਵਿਜ਼ਨ ਦੀ ਹਮਾਇਤ ਕੀਤੀ ਹੈ ਔਰ ਇਹ ਹੁਣ ਕਹੀ ਕਿਉਂ। ਉਧਰੋਂ ਤਾਂ ਉਹ ਮੀਟਿੰਗ ਹੋ ਰਹੀ ਹੈ ਪਰ ਕੱਲ ਕੁਝ ਅਖਬਾਰਾਂ ਨੇ ਕਿਹਾ ਕਿ ਇਹ ਤਨਜ ਕੀਤਾ ਹੈ ਭਗਵੰਤ ਸਿੰਘ ਮਾਨ ਨੇ ਭਗਵੰਤ ਸਿੰਘ ਮਾਨ ਤੇ। ਅੱਛਾ। ਭਗਵੰਤ ਸਿੰਘ ਮਾਨ ਨੇ ਜਿਹੜੀ ਬਿਜਲੀ ਵਾਲੀ ਗੱਲ ਕਹੀ ਸੀ, ਬਿਜਲੀ ਵਾਲੀ ਗੱਲ ਕਰਦਿਆਂ ਤੇ ਉਹਨਾਂ ਨੂੰ ਜਦੋਂ ਇਹ ਪਤਾ ਲੱਗ ਗਿਆ ਕਿ ਹੁਣ ਤਾਂ ਜਿਹੜੀ ਕਾਂਗਰਸ ਪਾਰਟੀ 'ਚੋਂ ਬਾਹਰ ਆਉਣ ਦੀ ਤਾਂ ਕੋਈ ਗੁੰਜਾਇਸ਼ ਲੱਗਦੀ ਨਹੀਂ ਜੀ ਜੀ। ਤੇ ਜੇ ਫਰਜ਼ ਕਰੋ ਵੀ ਆਉਣਾ ਵੀ ਹੋਵੇ ਤਾਂ ਆਪਾਂ ਇਹਨੂੰ ਰੋਕੀਏ ਕਿਵੇਂ। ਕਾਂਗਰਸ ਪਾਰਟੀ 'ਚੋਂ ਬਾਹਰ ਆ ਕੇ ਜੇ ਆਮ ਆਦਮੀ ਪਾਰਟੀ ਸ਼ਾਮਲ ਹੋ ਗਈ ਹੋਣਾ ਹੋਵੇ ਤਾਂ ਰੋਕੀਏ ਕਿਵੇਂ। ਤੁਸੀਂ ਦੇਖਿਆ ਉਹਨਾਂ 2 ਦਿਨ ਪਹਿਲਾਂ ਦੀ ਇੱਕ ਖਬਰ ਹੈ ਕਿ ਭਗਵੰਤ ਮਾਨ ਦੇ ਘਰ ਕੋਲੇ ਵੀ ਜਾ ਕੇ ਅਕਾਲੀਆਂ ਨੇ ਧਰਨਾ ਲਾਇਆ ਸੀ। ਹਾਂ, ਲਾਇਆ ਸੀ। ਉਹ ਕਿਉਂ ਲਾਇਆ ਸੀ ਧਰਨਾ? ਉਹ ਧਰਨਾ ਇਸ ਕਰਕੇ ਲਾਇਆ ਸੀ ਕਿ ਭਗਵੰਤ ਮਾਨ ਨੂੰ ਲੀਡਰ ਬਣਾਓ ਜੀ। ਮੁੱਖ ਮੰਤਰੀ ਦਾ ਕੈਂਡੀਡੇਟ ਹਾਲੇ ਐਲਾਨਿਆ ਨਹੀਂ ਕਿ ਆਮ ਆਦਮੀ ਪਾਰਟੀ ਦੇ ਵਿੱਚੋਂ ਅਕਾਲੀ ਦਲ ਸਭ ਤੋਂ ਜ਼ਿਆਦਾ ਜਿਹੜਾ ਖਤਰਨਾਕ ਕਿਸ ਬੰਦੇ ਨੂੰ ਸਮਝਦਾ ਉਹ ਭਗਵੰਤ ਮਾਨ ਨੂੰ। ਭਗਵੰਤ ਮਾਨ ਦੇ ਬਾਰੇ ਕੇ ਜਾ ਕੇ ਲਾਓ ਤੇ ਉਹਨੂੰ ਬਿਲਡ ਕਰੋ। ਮਤਲਬ ਇਹ ਕਿ ਭਗਵੰਤ ਮਾਨ ਨਾਲੋਂ ਇੰਪੋਰਟੈਂਟ ਬੰਦਾ ਨਾ ਕੋਈ ਲੀਡਰ ਬਣ ਜੇ ਵੀ ਸਾਨੂੰ ਇਹ ਲੀਡਰ ਇਹਦੀ ਹੈ ਕਿ ਜੇ ਭਗਵੰਤ ਸਿੰਘ ਲੀਡਰ ਬਣੇ, ਮੁੱਖ ਮੰਤਰੀ ਦਾ ਚਿਹਰਾ ਇਹ ਬਣੇ ਤੇ ਇਹਦੇ ਨਾਲ ਲੜਾਈ ਲੜਨੀ ਸਾਨੂੰ ਸੌਖੀ ਹੈ ਬਜਾਏ ਇਹਦੇ ਕਿ ਨਵਜੋਤ ਸਿੰਘ ਸਿੱਧੂ ਆ ਜੀ। ਤੇ ਨਵਜੋਤ ਸਿੰਘ ਸਿੱਧੂ ਨੂੰ ਰੋਕਣ ਵਾਸਤੇ ਭਗਵੰਤ ਸਿੰਘ ਮਾਨ ਨੇ ਵੀ ਫਿਰ ਉਹੀ ਤਰੀਕਾ ਅਪਣਾਇਆ। ਉਹਨੇ ਕਿਹਾ ਮੈਨੂੰ ਸਿੱਧੂ ਸਾਹਿਬ ਤੁਸੀਂ ਟਵੀਟ ਕੇ ਵੀ ਛੱਡ ਹੀ ਦਿਓ ਕਿ ਜੀ ਆ ਬਿਜਲੀ ਤੋਂ ਪੈਸੇ ਲਏ ਤੇ ਇਹ ਕਿਵੇਂ ਹੋਣਗੇ ਰੱਦ, ਕਾਨੂੰਨ ਤਾਂ ਰੱਦ ਨਹੀਂ ਹੁੰਦੇ, ਟਵੀਟ ਤੁਸੀਂ ਕਹਿੰਦੇ ਇਹ ਵੀ ਛੱਡ ਹੀ ਦਿਓ। ਅਗਲੀ ਗੱਲ ਵੀ ਕਹਤੀ ਕਿ ਇੱਕ ਗੱਲ ਯਾਦ ਰੱਖਿਓ ਜੀ, ਇਹ ਟਵੀਟ 10 ਜਨਪਦ ਤੱਕ ਪਹੁੰਚੂਗਾ। ਉਹਨੂੰ ਇਹ ਹੁਣ ਇਹ ਕੱਲ ਜਿਹੜੀ ਜੋ ਕੁਛ ਕੀਤੀ ਹੈ ਟਵੀਟ ਜਾਰੀ ਕੀਤੇ ਹੈ ਸਿੱਧੂ ਸਾਹਿਬ ਨੇ ਜੀ, ਲੱਗਦਾ ਤਾਂ ਇਹ ਹੈ ਕਿ ਭਗਵੰਤ ਮਾਨ ਦਾ ਜਵਾਬ ਦਿੱਤਾ ਹੈ ਕਿ ਜੀ ਮੇਰੀ ਜਿਹੜੀ ਹੈਗੀ ਆ ਉਦੋਂ ਜਿਹੜੇ ਲੋਕ ਮੇਰੀ ਗੱਲ ਕਰਦੇ ਹੁੰਦੇ ਸੀਗੇ ਤੇ ਹੁਣ ਉਹ ਮੇਰੇ ਤੇ ਸਵਾਲ ਉਠਾਉਂਦੇ ਜੀ। ਕਿਹਾ ਵੀ ਉਹਨੇ ਕਿ ਜੇ ਤਾਂ ਮੈਂ ਕਾਂਗਰਸ ਪਾਰਟੀ 'ਚ ਤਾਂ ਮੈਂ ਜਿਹੜੇ ਆਪਣੇ ਅੰਦਰਲੇ ਦੁਸ਼ਮਣ ਉਹਨਾਂ ਲਈ ਵੀ ਮਾੜਾ ਜੀ ਤੇ ਦੂਜਿਆਂ ਲਈ ਵੀ ਮਾੜਾ ਆਮ ਆਦਮੀ ਪਾਰਟੀ ਵਾਲਾ ਲਈ। ਤੇ ਜੇ ਮੈਂ ਆਮ ਆਦਮੀ ਪਾਰਟੀ ਜਾਣਾ ਤਾਂ ਫਿਰ ਮੇਰੇ ਗੀਤ ਗਾਉਂਦੇ ਜੀ, ਉੱਥੇ ਮੈਂ ਜਾ ਕੇ ਚੰਗਾ ਕਿਵੇਂ ਹੋ ਜਾਊਗਾ। ਕੁੱਲ ਮਿਲਾ ਕੇ ਇਹਨੂੰ ਦੋਨਾਂ ਪੱਖਾਂ ਤੋਂ ਲਿਆ ਜਾ ਸਕਦਾ ਕਿ ਇਹ ਵੀ ਲਿਆ ਜਾ ਸਕਦਾ ਵੀ ਕੱਲ ਕੋਈ ਫੈਸਲਾ ਹੋਣਾ ਸੀ ਕਿ ਇਹ ਸੰਦੇਸ਼ਾ ਦੇਣਾ ਕਿ ਆਮ ਆਦਮੀ ਪਾਰਟੀ ਵਾਲੇ ਮੇਰੇ ਵਿਜ਼ਨ ਨੂੰ ਪਛਾਣਦੇ ਹੈ ਜੀ, ਉਹ ਇਹਨੂੰ ਆਇਡੈਂਟੀਫਾਈ ਕਰਦੇ ਆ, ਉਹ ਇਹਦੀ ਹਮਾਇਤ ਕਰਦੇ ਹੈ। ਤਾਂ ਇਸ ਹਿਸਾਬ ਨਾਲ ਵੀ ਹਾਈ ਕਮਾਂਡ ਨੂੰ ਦੱਸਿਆ ਜਾਵੇ ਕਿ ਭਾਈ ਜੇ ਫਿਰ ਤੁਸੀਂ ਨਾ ਮੈਨੂੰ ਕੁਛ ਸਨਮਾਨਜਨਕ ਅਹੁਦਾ ਦਿੱਤਾ ਤਾਂ ਆਪਾਂ ਇੱਧਰਲੇ ਰਾਹ ਵੀ ਜਾ ਸਕਦੇ ਹਾਂ। ਕਿਉਂਕਿ 2 ਦਿਨ ਪਹਿਲਾਂ ਤੁਹਾਨੂੰ ਯਾਦ ਹੋਣਾ ਵੀ ਉਹ ਕੇਜਰੀਵਾਲ ਨੂੰ ਚਾਹ ਨਾ ਹੰਡਾ ਦਿੱਤਾ ਸੀ ਬਿਲਕੁਲ ਥਰਮਲ ਦੇ ਮਾਮਲੇ ਦੇ ਉੱਤੇ। ਪਰ ਨਾਲ ਜਿਹੜੇ ਹੈ ਭਗਵੰਤ ਮਾਨ ਨੂੰ ਵੀ ਜਵਾਬ ਦਿੱਤਾ। ਹੁਣ ਇਹ ਰਲਵੀਂ ਮਿਲਵੀਂ ਜੀ ਗੱਲ ਹੈ ਜੀ, ਪਰ ਜ਼ਿਆਦਾਤਰ ਲੋਕ ਇਹ ਸਮਝਦੇ ਆ ਕਿ ਇੱਕ ਪ੍ਰੈਸ਼ਰ ਟੈਕਟਿਕਸ ਹੈ ਕਿ ਹਾਈ ਕਮਾਂਡ ਨੂੰ ਪ੍ਰੈਸ਼ਰਾਈਜ਼ ਕੀਤਾ ਜਾਵੇ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਤੇ ਪ੍ਰੋਗਰਾਮ ਸ਼ਮਾਦਾਨ ਬਾਦਸਤੂਰ ਇਸੇ ਤਰ੍ਹਾਂ ਜਾਰੀ ਰਹੇਗਾ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।